ਸਤਿਨਾਮ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਬਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਬਸਤ ਤਜੀ ਨਹਿ ਜਾਈ, ਨਿਤ ਨਿਤ ਰਖ ਔਰ ਤਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸ਼ਲੋਕ ਮਹੱਲਾ ਪੰਜਵਾ। ਤੇਰਾ ਕੀਤਾ ਜਾਤੋ ਨਾਹੀ, ਮੈਨੋ ਜੋਗ ਕੀ ਤੋਈ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਤਰਸ ਪਇਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਮਨਾਂ ਦੀਆਂ ਖਿੰਡੀਆਂ ਹੋਈਆਂ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਕਰੀਏ ਰਸਨਾ ਪਵਿੱਤਰ ਤੇ ਬੋਲੀਏ ਸਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਕਰਮਾਂ ਵਾਲੇ ਆ, ਭਾਗਾਂ ਵਾਲੇ ਆ। ਕੋਈ ਪਿਛਲਾ ਕਰਮ ਪ੍ਰਗਟ ਹੋਇਆ ਤਾਂ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਆਪਾਂ ਨੂੰ ਸਤ ਸੰਗ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਬਖਾਣੀ ਹੈ। ਮਨੁੱਖ ਦੇ ਮਨ ਨੂੰ ਲੱਗੀ ਹੋਈ ਮੈਲ, ਜਿਹੜੀ ਜਨਮਾਂ ਜਨਮਾਂਤਰਾਂ ਤੋਂ ਲੱਗੀ ਹੋਈ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ ਖਨਲੀ ਧੋਤੀ ਉਜਲੀ ਨਾ ਹੋਵੇ, ਜੇ 100 ਧੋਵਣ ਪਾ। ਜਨਮਾਂ ਜਨਮਾਂਤਰਾਂ ਦੀ ਲੱਗੀ ਹੋਈ ਮਨ ਦੀ ਮੈਲ
ਸਤ ਸੰਗਤ ਦੇ ਵਿੱਚ ਧੋਤੀ ਜਾ ਸਕਦੀ ਹੈ। ਮਨ ਦਾ ਇਸ਼ਨਾਨ ਹੋ ਸਕਦਾ ਹੈ। ਤਰੀਕਾ ਕੀ ਹੈ? ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਐ ਪਿਆਰਿਆ, ਤੂੰ ਗੁਰਬਾਣੀ ਦੇ ਗਿਆਨ ਨੂੰ ਸੁਣਨਾ, ਫਿਰ ਗੁਰਬਾਣੀ ਦੇ ਗਿਆਨ ਨੂੰ ਮੰਨਣਾ। ਜਦੋਂ ਸੁਣਨ ਤੇ ਮੰਨਣ ਲੱਗ ਗਿਆ, ਫਿਰ ਤੇਰਾ ਆਪਣੇ ਆਪ ਗੁਰਬਾਣੀ ਦੇ ਨਾਲ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਪ੍ਰੇਮ ਪੈ ਜਾਊਗਾ। ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਫਿਰ ਗੁਰੂ ਤੇ ਲੱਗ ਜਾਂਦਾ ਸਿੱਖ ਵਿਸ਼ਵਾਸ ਕਰਨ। ਵਿਸ਼ਵਾਸ ਤੋਂ ਬਿਨਾਂ ਤਰਿਆ ਨਹੀਂ ਜਾ ਸਕਦਾ। ਗੁਰਬਾਣੀ ਦਾ ਜਿਹੜਾ ਇੱਕ ਇੱਕ ਪੰਗਤੀ ਹੈ ਨਾ, ਇੱਕ ਇੱਕ ਗੱਲ, ਇਹ ਅਟੱਲ ਸੱਚਾਈ ਹੈ। 2 ਦੂਣੀ 4 ਹਰ ਜਗ੍ਹਾ ਤੇ ਹੋਵੇਗਾ। 2 ਦੂਣੀ 5 ਨਹੀਂ ਹੋ ਸਕਦਾ, 2 ਦੂਣੀ 3 ਨਹੀਂ ਹੋ ਸਕਦਾ। ਇਸੇ ਤਰ੍ਹਾਂ ਗੁਰਬਾਣੀ ਜੋ ਗਿਆਨ ਬਖਸ਼ਿਸ਼ ਕਰਦੀ ਹੈ, ਉਹਨੂੰ ਝੁਠਲਾਇਆ ਨਹੀਂ ਜਾ ਸਕਦਾ, ਉਹਨੂੰ ਬਦਲਿਆ ਨਹੀਂ ਜਾ ਸਕਦਾ। ਗੁਰਬਾਣੀ ਨੇ ਸਭ ਤੋਂ ਪਹਿਲਾ ਸਵਾਲ, ਜੇ ਆਪਾਂ ਕਹਿ ਲਈਏ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਚੋੜ ਕੀ ਹੈ, ਇੱਕ ਸਵਾਲ ਦੇ ਵਿੱਚ ਦੱਸੋ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਰਥ ਭਾਵ ਕੀ ਹੈ। ਤਾਂ ਫਿਰ ਜੇ ਚੰਗੀ ਤਰ੍ਹਾਂ ਗੁਰਬਾਣੀ ਨੂੰ ਪੜ੍ਹਿਆ ਹੋਊ, ਘੋਟਿਆ ਹੋਊ, ਸਮਝਿਆ ਹੋਊ, ਤਾਂ ਫਟ ਦੇਣੇ ਕਹਿ ਦਿਆਂਗੇ ਵੀ ਇੱਕ ਓੰਕਾਰ, ਇੱਕੋ ਹੀ ਗੱਲ ਹੈ। ਸਵਾਲ ਕੀ ਹੈ? ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਸਚਿਆਰੇ ਕਿਵੇਂ ਹੋਈਏ, ਕਿਵੇਂ ਹੁਕਮੀ ਹੋਈਏ, ਕਿਵੇਂ ਚੰਗੇ ਇਨਸਾਨ ਬਣੀਏ, ਕਿਵੇਂ ਪਰਮਾਤਮਾ ਦੇ ਹੁਕਮ ਨੂੰ ਜਾਣ ਸਕੀਏ, ਬੁੱਝ ਸਕੀਏ, ਕਿਵੇਂ ਅਸੀਂ ਆਨੰਦ ਪ੍ਰਾਪਤ ਕਰ ਸਕੀਏ, ਇਹ ਹੈ ਸਾਰਾ ਗਿਆਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਿੱਤਾ ਹੋਇਆ। ਹਰ ਸਿੱਖ ਦਾ ਸਾਡਾ ਫਰਜ਼ ਬਣਦਾ। ਫਰਜ਼ ਕੀ? ਸਾਨੂੰ ਹੁਕਮ ਆ, ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਹੈ, ਖੋਜ ਸ਼ਬਦ ਮੈਂ ਲੇਹ। ਸ਼ਬਦ ਦੀ ਖੋਜ ਕਰਨੀ, ਸ਼ਬਦ ਨੂੰ ਜਾਣਨਾ, ਸ਼ਬਦ ਨੂੰ ਪੜ੍ਹਨਾ, ਸ਼ਬਦ ਨੂੰ ਸੁਣਨਾ, ਇਹ ਹਰ ਸਿੱਖ ਵਾਸਤੇ ਬਹੁਤ ਜ਼ਰੂਰੀ ਹੈ। ਕਿਉਂਕਿ ਜਿਹੋ ਜਿਹਾ ਅਸੀਂ ਬਚਪਨ ਦੇ ਵਿੱਚ ਸੁਣਦੇ ਜਾਂਦੇ ਹਾਂ, ਉਹੋ ਜਿਹਾ ਸਾਡਾ ਮਨ ਬਣਦਾ ਜਾਂਦਾ। ਉੱਪਰ ਫਿਰ ਜਿੰਨੇ ਮਰਜ਼ੀ ਦੁਨੀਆ ਦੇ ਗਿਆਨੀ ਧਿਆਨੀ ਹੋ ਜਾਈਏ, ਪਰ ਅੰਦਰਲੇ ਜਿਹੜੇ ਬੰਧਨ ਆ, ਅੰਦਰ ਪਈਆਂ ਹੋਈਆਂ ਜਿਹੜੀਆਂ ਮਾਇਆ ਦੀਆਂ ਰੱਸੀਆਂ, ਸਿਲਕਾਂ, ਉਹ ਨਹੀਂ ਕੱਟ ਹੁੰਦੀਆਂ। ਉਹ ਕੱਟੀਆਂ ਜਾਣਗੀਆਂ ਤਾਂ ਗੁਰੂ ਦੇ ਗਿਆਨ ਨਾਲ ਜੁੜ ਕੇ ਕੱਟੀਆਂ ਜਾਣਗੀਆਂ। ਗੁਰੂ ਤੋਂ ਕੀ ਮਿਲਦਾ? ਨਾਮ। ਨਾਮ ਮਨੁੱਖ ਵਾਸਤੇ ਬਹੁਤ ਹੀ ਜ਼ਰੂਰੀ ਹੈ। ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਾਮ ਭਰਿਆ ਪਿਆ। ਸਾਡਾ ਫਰਜ਼ ਬਣਦਾ ਅਸੀਂ ਵੱਧ ਤੋਂ ਵੱਧ ਸਮਾਂ ਕੱਢ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਕਰਨੀ ਆ, ਸੁਣਨੀ ਹੈ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਅੱਜ ਬਦਲ ਗਿਆ ਕੰਮ, ਉਹ ਗੱਲ ਵੱਖਰੀ ਹੈ। ਸਾਡੇ ਦੁੱਖਾਂ ਦਾ ਕਾਰਨ, ਸਿੱਖ ਕੌਮ ਦੇ ਥੱਲੇ ਆਉਣ ਦਾ ਕਾਰਨ, ਸਾਰਾ ਕੁਝ ਕਾਰਨ ਆ ਅਸੀਂ ਗੁਰੂ ਤੋਂ ਟੁੱਟ ਗਏ, ਅਸੀਂ ਗੁਰੂ ਤੋਂ ਦੂਰ ਹੋ ਗਏ। ਅਸੀਂ ਗੁਰਬਾਣੀ ਨੂੰ ਖੁਦ ਪੜ੍ਹਨਾ, ਸੁਣਨਾ, ਸਮਝਣਾ ਛੱਡ ਦਿੱਤਾ। ਅਸੀਂ ਆਪਣੇ ਬਾਪ ਨਾਲ ਗੱਲਾਂ ਕਰਨੀਆਂ ਛੱਡ ਦਿੱਤੀਆਂ। ਅਸੀਂ ਆਪਣੇ ਬਾਪ ਕੋਲ ਬੈਠਣਾ ਛੱਡ ਦਿੱਤਾ। ਅਸੀਂ ਆਪਣੇ ਬਾਪ ਦੀ ਸੇਵਾ ਪੂਜਾ ਨੌਕਰਾਂ ਤੋਂ ਕਰਾਉਣ ਲੱਗ ਗਏ। ਇਹ ਸਭ ਤੋਂ ਵੱਡੀ ਘਾਟ ਆ ਗਈ ਸਾਡੇ ਵਿੱਚ। ਸੋ ਦੁਬਾਰੇ ਅਗਰ ਦੀਵਾ ਜਗਾਉਣਾ ਚਾਹੁੰਦੇ ਆ, ਅਗਰ ਦੇਵਤੇ ਬਣਨਾ ਚਾਹੁੰਦੇ ਆ, ਅਗਰ ਆਪਣਾ ਅੰਦਰਲਾ ਕਾਰਜ ਕਰਨਾ ਚਾਹੁੰਦੇ ਆ, ਅਗਰ ਸਤਿਗੁਰ ਕੈ ਜਨਮੈ ਗਬਨ ਮਟਾਇਆ ਵਾਲਾ ਜਿਹੜਾ ਜੀਵਨ ਪ੍ਰਾਪਤ ਕਰਨਾ ਚਾਹੁੰਦੇ ਆ, ਤਾਂ ਇੱਕੋ ਇੱਕ ਤਰੀਕਾ, ਕੇਵਲ ਇੱਕੋ ਇੱਕ ਤਰੀਕਾ ਗੁਰਬਾਣੀ ਦੇ ਗਿਆਨ ਨਾਲ ਜੁੜਨਾ ਪਊਗਾ। ਹਰ ਸਿੱਖ ਵਾਸਤੇ ਇਹ ਗੁਰਬਾਣੀ ਨੂੰ ਪੜ੍ਹਨਾ, ਸੁਣਨਾ, ਸਮਝਣਾ ਲਾਜ਼ਮ ਹੋਣਾ ਚਾਹੀਦਾ ਹੈ, ਤਾਂ ਕਿ
ਅਸੀਂ ਅੰਦਰੋਂ ਲੁੱਟੇ ਨਾ ਜਾਈਏ। ਹੁਣ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗਿਆਨ ਆ। ਅਖੀਰ ਦੇ ਵਿੱਚ ਅੱਜ ਆਪਾਂ ਵਿਚਾਰ ਕਰਾਂਗੇ, ਕਿਉਂਕਿ ਅੱਜ ਆਪਣੇ ਗੁਰਮੁਖ ਪਿਆਰਿਓ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦਾ ਸਿਰ 'ਤੇ ਹੱਥ ਹੋਣ ਦਾ ਕਰਕੇ ਅਤੇ ਸੰਗਤ ਦੇ ਅਸ਼ੀਰਵਾਦ ਸਦਕਾ 100 ਭਾਗ ਜਿਹੜਾ ਲਗਾਤਾਰ ਚੱਲ ਰਿਹਾ, 99 ਭਾਗ ਹੋ ਗਏ ਸੀ, ਅੱਜ 100ਵਾਂ ਭਾਗ ਆ। ਸੋ ਅੱਜ ਆਪਾਂ ਵਿਚਾਰ ਕਰਾਂਗੇ ਮੁੰਦਾਵਣੀ ਦੀ। ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗਿਆਨ ਆ, ਨਾਮ ਆ, ਸਾਨੂੰ ਜੁੜਨਾ ਚਾਹੀਦਾ, ਜ਼ਰੂਰ ਜੁੜਨਾ ਚਾਹੀਦਾ। ਅਖੀਰ ਦੇ ਵਿੱਚ ਕੀ ਸਮਝਾ ਰਹੇ ਹਨ ਮੁੰਦਾਵਣੀ ਦੇ ਵਿੱਚ? ਮੁੰਦਾਵਣੀ ਦਾ ਅਰਥ ਮੋਰ ਵੀ ਕਿਹਾ ਗਿਆ। ਮੁੰਦਾਵਣੀ ਦਾ ਅਰਥ ਇੱਕ ਜਿਹਨੂੰ ਕਹਿ ਲਈਏ ਵੀ ਬਾਤ ਪਾਉਣੀ ਅਤੇ ਬੁੱਝਣੀ, ਇਹ ਵੀ ਕਿਹਾ ਗਿਆ। ਸਾਰਾ ਨਿਚੋੜ ਸਮਝਾਉਣਗੇ ਗੁਰੂ ਪਾਤਸ਼ਾਹ ਜੀ, ਕਿਉਂਕਿ ਪੰਜਵੇਂ ਪਾਤਸ਼ਾਹ ਜੀ ਦਾ ਇਹ ਜਿਹੜਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਤਿਆਰ ਕੀਤਾ ਹੈ। ਬਹੁਤ ਵੱਡੀ ਸੇਵਾ ਪੰਜਵੇਂ ਪਾਤਸ਼ਾਹ ਜੀ ਦੀ, ਜਿਨ੍ਹਾਂ ਨੇ ਸਦੀਆਂ ਦਾ ਗਿਆਨ ਇਕੱਤਰ ਕਰਕੇ ਜਾਗਤ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ। ਜਿੰਨਾ ਚਿਰ ਚੰਦ, ਆਕਾਸ਼, ਤਾਰੇ, ਦੁਨੀਆ ਰਹੂਗੀ, ਉਹਨਾਂ ਚਿਰ ਜੁਗੋ ਜੁਗ ਅਟਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਨਵਤਾ ਨੂੰ ਚੰਗਾ ਸੁਨੇਹਾ ਦਿੰਦੇ ਰਹਿਣਗੇ। ਜਿੰਨਾ ਮਰਜ਼ੀ ਹਨੇਰਾ ਆ ਜਾਵੇ, ਜਿੰਨੇ ਮਰਜ਼ੀ ਕਰਮਕਾਂਡ ਆ ਜਾਣ, ਇੱਕ ਵੀ ਮਨੁੱਖ ਜੇ ਸਹੀ ਢੰਗ ਨਾਲ ਗੁਰਬਾਣੀ ਦੀ ਵਿਚਾਰ ਕਰਨ ਲੱਗ ਗਿਆ ਤਾਂ ਸਾਰਾ ਹਨੇਰਾ ਖਤਮ ਹੋ ਸਕਦਾ। ਜਿਸ ਤਰ੍ਹਾਂ ਗੁਰਮੁਖ ਪਿਆਰਿਓ, ਇੱਕ ਵੀ ਦੀਵਾ ਜਗ ਪਵੇ, ਜਗਿਆ ਹੋਏ ਦੀਵੇ ਦੇ ਨਾਲ ਜੁੜ ਕੇ ਲੱਖਾਂ ਦੀਵੇ ਜਗ ਸਕਦੇ ਆ, ਪਰ ਲੱਖਾਂ ਬੁਝੇ ਹੋਏ ਦੀਵੇ ਇੱਕ ਦੀਵੇ ਨੂੰ ਜਗਾ ਨਹੀਂ ਸਕਦੇ। ਇੱਕ ਦੀਵਾ ਜਗਿਆ ਹੋਇਆ ਲੱਖਾਂ ਦੀਵਿਆਂ ਨੂੰ ਜਗਾ ਸਕਦਾ। ਇਸੇ ਤਰ੍ਹਾਂ ਗੁਰਬਾਣੀ ਦਾ ਗਿਆਨ, ਇਹ ਗੱਲ ਵੱਖ ਆ ਕਿ ਸਾਨੂੰ ਇਹ ਗੁਰਬਾਣੀ ਤੋਂ ਬੜੇ ਹੀ ਗੁੱਝੇ ਢੰਗਾਂ ਦੇ ਨਾਲ ਤੋੜਿਆ ਜਾ ਰਿਹਾ, ਦੂਰ ਕੀਤਾ ਜਾ ਰਿਹਾ। ਸਾਡੇ ਮੁਖੀ ਇਸ ਗੱਲ ਵੱਲ ਧਿਆਨ ਨਹੀਂ ਦੇ ਰਹੇ। ਸਾਡੇ ਬੱਚਿਆਂ ਨੂੰ 8ਵੀਂ ਤੱਕ ਪਾਸ ਹੀ ਪਾਸ ਕੀਤਾ ਜਾ ਰਿਹਾ, ਪੰਜਾਬੀ ਤੋਂ ਦੂਰ ਕੀਤਾ ਜਾ ਰਿਹਾ। ਸਿਹਾਰੀਆਂ ਬਿਹਾਰੀਆਂ ਦਾ ਪਤਾ ਨਹੀਂ ਲੱਗਦਾ, ਮੁਹਾਰਨੀਆਂ ਦਾ ਪਤਾ ਨਹੀਂ ਲੱਗਦਾ। ਜਦੋਂ ਪੰਜਾਬੀ ਤੋਂ ਦੂਰ ਹੋ ਗਏ, ਮਾਂ ਬੋਲੀ ਤੋਂ ਦੂਰ ਹੋ ਗਏ, ਤਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨੂੰ, ਅਗੰਮੀ ਇਲਾਹੀ ਗੁਰਬਾਣੀ ਨੂੰ ਅਸੀਂ ਸਮਝ ਨਹੀਂ ਸਕਾਂਗੇ। ਫਿਰ ਜਿਸ ਤਰ੍ਹਾਂ ਪੜ੍ਹਾਉਣਗੇ, ਜਿਸ ਤਰ੍ਹਾਂ ਸਿਖਾਉਣਗੇ, ਉਸੇ ਤਰ੍ਹਾਂ ਦਾ ਹੀ ਗਿਆਨ ਬਾਹਰ ਆਵੇਗਾ। ਸੋ ਇਹ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਗੁਰਬਾਣੀ ਦੇ ਗਿਆਨ ਨੂੰ ਪ੍ਰਕਾਸ਼ ਕਰਨਾ। ਸਾਰਿਆਂ ਦਾ ਸਾਡਾ ਇਹ ਫਰਜ਼ ਬਣਦਾ ਸਿੱਖ ਹੋਣ ਦੇ ਨਾਤੇ। ਆਓ ਮਨ ਬਿਰਤੀਆਂ ਬਿਲਕੁਲ ਇਕਾਗਰ ਕਰਕੇ ਸਰਵਣ ਕਰੀਏ। ਮੁੰਦਾਵਣੀ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਕੀ ਸਮਝਾ ਰਹੇ ਹਨ? ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ। ਇਹ ਥਾਲ ਆ ਭਾਈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਆ? ਇੱਕ ਥਾਲ ਦੇ ਵਿੱਚ ਕੀ ਹੁੰਦਾ? ਖਾਣਾ ਪਰੋਸਿਆ ਹੁੰਦਾ। ਹੁਣ ਬੀਬੀਆਂ ਭੈਣਾਂ ਬਹੁਤ ਜ਼ੋਰ ਲਾ ਕੇ ਖਾਣਾ ਬਣਾਉਂਦੀਆਂ, ਪਰੋਸਦੀਆਂ, ਤਿਆਰ ਕਰਦੀਆਂ। ਅਗਰ ਬੰਦੇ ਦੇ ਸਾਹਮਣੇ ਥਾਲ ਪਿਆ ਹੋਵੇ ਤੇ ਉਹ ਲੱਤ ਮਾਰੇ ਥਾਲ ਨੂੰ, ਫਿਰ ਕੀ ਕਹਿ ਸਕਦੇ ਹਾਂ? ਮੂਰਖਤਾ ਹੀ ਕਹਿ ਸਕਦੇ ਆ ਨਾ। ਕਿੰਨੀ ਮਿਹਨਤ ਦੇ ਨਾਲ ਬੀਬੀਆਂ ਨੇ ਭੋਜਨ ਬਣਾਇਆ, ਓਏ ਆਪਣੀ ਹਉਮੈ 'ਚ ਆ ਕੇ ਤੂੰ ਸ਼ੱਕ ਨਹੀਂ ਰਿਹਾ, ਲੱਤ ਮਾਰਦਾ ਇਸ ਭੋਜਨ ਨੂੰ। ਇਹੀ ਸਾਡੇ ਨਾਲ ਤਾਂ ਨਹੀਂ ਹੋ ਰਹੀ। ਬੜੀ ਮਿਹਨਤ ਦੇ ਨਾਲ ਸਾਡੇ ਗੁਰੂਆਂ ਪੀਰਾਂ ਨੇ, ਸ਼ਹੀਦਾਂ ਸਿੰਘਾਂ ਸਿੰਘਣੀਆਂ ਨੇ ਸਾਡੇ ਤੱਕ ਇਹ ਗਿਆਨ ਦਾ ਥਾਲ ਪਹੁੰਚਾਇਆ। ਅੱਜ ਅਸੀਂ ਇਸ ਗਿਆਨ ਨੂੰ ਲੈ ਨਹੀਂ ਰਹੇ। ਕਿਤੇ ਸਾਡੀ ਗਲਤੀ ਤਾਂ ਨਹੀਂ? ਗਲਤੀ ਹੋ ਜਾਣਾ ਵੱਡੀ ਗੱਲ ਨਹੀਂ ਗੁਰਮੁਖ ਪਿਆਰਿਓ, ਗਲਤੀ ਕਰਕੇ ਨਾ ਮੰਨਣਾ ਬਹੁਤ ਵੱਡੀ ਗੱਲ ਆ। ਹੋ ਗਈ ਕੋਈ ਗੱਲ ਨਹੀਂ, ਪਿਛਲਾ ਸਮਾਂ ਜੋ ਲੰਘ ਗਿਆ ਹੱਥ ਨਹੀਂ ਆਉਣਾ। ਅੱਜ ਹੀ ਜੁੜੀਏ, ਅੱਜ ਹੀ ਭੋਜਨ ਇਹ ਛਕਣ ਦਾ ਕੋਈ ਨਾ ਕੋਈ ਹੀਲਾ ਵਸੀਲਾ ਕਰੀਏ। ਜਿਹੜੇ ਚੰਗੇ ਲੋਕ ਹੁੰਦੇ ਆ ਨਾ, ਜਿਨ੍ਹਾਂ ਨੂੰ ਭੁੱਖ ਲੱਗੇ ਹੁੰਦੀ ਆ ਨਾ, ਉਹ ਭੋਜਨ ਅਜਾਈ ਨਹੀਂ ਜਾਣ ਦਿੰਦੇ। ਉਹ ਸ਼ਰਧਾ ਭਾਵਨਾ ਦੇ ਨਾਲ ਐਂ ਪ੍ਰਸ਼ਾਦਾ ਹੱਥ ਦੇ ਉੱਤੇ ਰੱਖ ਕੇ ਵੀ ਛਕ ਲੈਂਦੇ ਆ। ਬਾਹਰਲੀਆਂ ਬਿਲਡਿੰਗਾਂ, ਬਾਹਰਲਾ ਸਾਰਾ ਕੁਝ ਮਟੀਰੀਅਲ ਵਰਡ ਚਾਹੀਦਾ ਮੰਨਦੇ ਆ,
ਪਰ ਆ ਅਸਲ ਦਾ ਜਿਹੜਾ ਲੰਗਰ ਆ ਨਾ, ਇਹ ਤੋਂ ਵਾਂਝੇ ਨਾ ਰਹਿ ਜਾਈਏ। ਜਿਹੜੀ ਰੂਹ ਦੀ ਖੁਰਾਕ ਆ, ਬੜੀ ਮਿਹਨਤ ਦੇ ਨਾਲ ਇਹ ਥਾਲ ਪੈਦਾ ਕੀਤਾ। ਥਾਲ ਵਿੱਚ 3 ਵਸਤੂ ਪਈਓ। ਫਿਰ ਆਮ ਤੌਰ 'ਤੇ ਕਿਹਾ ਜਾਂਦਾ ਵੀ 3 ਵਸਤੂਆਂ ਪਈਆਂ, ਸਤ, ਸੰਤੋਖ ਤੇ ਵਿਚਾਰ। ਚਲੋ ਠੀਕ ਹੈ, ਇਹ ਵੀ ਗੱਲ ਵੀ ਸਤੀ ਹੋ ਜਾਂਦਾ, ਸੰਤੋਖੀ ਹੋ ਜਾਂਦਾ, ਮਨੁੱਖ ਵਿਚਾਰਵਾਨ ਹੋ ਜਾਂਦਾ, ਗਿਆਨੀ ਹੋ ਜਾਂਦਾ। ਪਰ ਜੇ ਅਸੀਂ ਥੋੜ੍ਹਾ ਜਿਹਾ ਹੋਰ ਡੂੰਘਾਈ ਦੇ ਵਿੱਚ ਜਾਈਏ ਤਾਂ ਸਾਨੂੰ ਸਮਝ ਲੱਗਦੀ ਹੈ ਥਾਲ ਵਿੱਚ 3 ਵਸਤੂ ਪਈਓ। ਉਹ ਵਸਤੂਆਂ ਪਈਆਂ, ਉਹਨਾਂ ਵਾਸਤੇ ਵਸਤੂ ਪਈ ਆ ਜਿਹੜੇ ਲੈਣਗੇ, ਜਿਹੜਾ ਸਮਾਂ ਕੱਢਣਗੇ, ਜਿਹੜੇ ਗੁਰੂ ਦੀ ਬਾਣੀ ਨੂੰ ਪੜ੍ਹਨਗੇ, ਸੁਣਨਗੇ, ਸਮਝਣਗੇ, ਉਹਨਾਂ ਵਾਸਤੇ ਇਹ ਵਸਤੂ ਪਈਓ। ਕਿਹੜੀ? ਸਤ ਤੇ ਸੰਤੋਖ। ਸਤ ਤੇ ਸੰਤੋਖ ਪ੍ਰਾਪਤ ਹੋ ਜਾਂਦਾ। ਕਿਵੇਂ ਹੁੰਦਾ ਜੀ? ਮੱਥਾ ਟੇਕਣ ਨਾਲ ਨਹੀਂ। ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿਚਰ, ਸ਼ਬਦ ਨਾ ਕਰੇ ਵਿਚਾਰ। ਸਤ ਤੇ ਸੰਤੋਖ ਦਾ ਭੋਜਨ ਤੁਸੀਂ ਛਕ ਸਕਦੇ ਹੋ ਇਸ ਥਾਲ ਦੇ ਵਿੱਚੋਂ, ਅਗਰ ਬੈਠ ਕੇ ਧਿਆਨ ਦੇ ਨਾਲ ਵਿਚਾਰੋ, ਗੁਰਬਾਣੀ ਦੀ ਵਿਚਾਰ ਕਰੋ, ਗੁਰਬਾਣੀ ਨੂੰ ਪੜ੍ਹੋ, ਸੁਣੋ, ਸਮਝੋ ਤੇ ਆਪਣੇ ਆਪ ਤੇ ਢੁਕਾਓ। ਸਤੀ ਤੇ ਸੰਤੋਖੀ ਹੋ ਜਾਵਾਂਗੇ। ਅੰਮ੍ਰਿਤ ਨਾਮ ਠਾਕਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਨਾਮ ਬੰਦੇ ਵਾਸਤੇ ਬਹੁਤ ਜ਼ਰੂਰੀ ਹੈ। ਕੋਈ ਕਹਿੰਦਾ ਕਿਤੋਂ ਮਿਲਦਾ, ਕੋਈ ਕਹਿੰਦਾ ਕਿਤੋਂ ਮਿਲਦਾ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਤੂੰ ਆਪਣਾ ਕੰਮ ਧੰਦਾ ਵੀ ਕਰੀ ਚੱਲ, ਆਪਣੀ ਕਬੀਲਦਾਰੀ ਵੀ ਕਰੀ ਚੱਲ, ਕਿਉਂਕਿ ਜਿਹੜਾ ਨਾਮ ਆ ਨਾ, ਜਿਹੜਾ ਹੋਰ ਤਰੀਕੇ ਨਾਲ ਮਿਲਣਾ, ਉਹ ਸਾਰਿਆਂ ਨੂੰ ਨਹੀਂ ਮਿਲ ਸਕਦਾ। ਸਾਰੇ ਘਰ ਨਹੀਂ ਛੱਡ ਸਕਦੇ, ਸਾਰੇ ਜੰਗਲਾਂ 'ਚ ਨਹੀਂ ਜਾ ਸਕਦੇ, ਸਾਰੇ ਮਾਤਾ ਪਿਤਾ ਨੂੰ ਨਹੀਂ ਛੱਡ ਸਕਦੇ, ਮਾਂ ਪਿਓ ਦੀ ਵੀ ਸੇਵਾ ਕਰਨੀ ਹੈ, ਪਰਿਵਾਰ ਵੀ ਪਾਲਣਾ, ਸਾਰੇ ਪਰਿਵਾਰ ਨਹੀਂ ਛੱਡ ਸਕਦੇ, ਘਰ ਨਹੀਂ ਛੱਡ ਸਕਦੇ। ਇਸ ਕਰਕੇ ਘਰੋਂ ਘਰੀ ਜਿੱਥੇ ਵੀ ਬੈਠੇ ਆ ਉੱਥੇ ਨਾਮ ਮਿਲ ਸਕਦਾ, ਅੰਮ੍ਰਿਤ ਰੂਪੀ ਨਾਮ ਮਿਲ ਸਕਦਾ, ਅਗਰ ਅਸੀਂ ਗੁਰੂ ਨਾਲ ਜੁੜ ਜਾਈਏ। ਗੁਰੂ ਨੇ ਸਦਾ ਵਰਤ ਲਾ ਦਿੱਤਾ, ਨਾਮ ਨੂੰ ਲੁਕੋ ਕੇ ਰੱਖਿਆ ਹੋਇਆ ਸੀ। ਪੁਜਾਰੀ ਨੇ ਆਪਣੀ ਮਰਜ਼ੀ ਨਾਲ ਦਿੰਦਾ ਸੀ, ਕਹਿੰਦਾ ਸੀ ਜਿਹਨੂੰ ਮਰਜ਼ੀ ਹੋਈ ਉਹਨੂੰ ਦਊਂਗਾ, ਜਿਹੜਾ ਮੇਰੇ ਥੱਲੇ ਲੱਗੂਗਾ, ਥੱਲੇ ਦੀ ਲੰਘੂ, ਉਹਨੂੰ ਨਾਮ ਦੇ ਦੂੰ, ਦੂਜੇ ਨੂੰ ਮੈਂ ਨਹੀਂ ਦੇਣਾ। ਗੁਰੂ ਨੇ ਸਾਰਾ ਕੁਝ ਹੀ ਚੱਕ ਦਿੱਤਾ। ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਕੁਛ ਨਹੀਂ ਹੈ, ਬੀਬੀ, ਭੈਣ, ਬੰਦਾ, ਮਨੁੱਖ, ਕੁਛ ਵੀ ਹੈ, ਕੋਈ ਵੀ ਇਹ ਅੰਮ੍ਰਿਤ ਨਾਮ ਪ੍ਰਾਪਤ ਕਰ ਸਕਦਾ। ਭਰਿਆ ਪਿਆ ਭਾਈ ਅੰਮ੍ਰਿਤ ਨਾਮ ਠਾਕਰ ਕਾ ਪਇਓ, ਜਿਸ ਕਾ ਸਭ ਆਧਾਰੋ। ਇਸ ਨਾਮ ਦੇ ਨਾਲ, ਇਸ ਆਤਮਿਕ ਗਿਆਨ ਦੇ ਨਾਲ ਸਭ ਨੂੰ ਆਧਾਰ ਹੋ ਜਾਂਦਾ ਭਾਈ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਦਾਰੋ। ਜੇ ਕੋਈ ਇਸ ਗਿਆਨ ਨੂੰ ਸ਼ਰਧਾ ਭਾਵਨਾ ਦੇ ਨਾਲ ਲੈਂਦਾ ਹੈ, ਜਿਵੇਂ ਬਾਹਰਲਾ ਸਰੀਰ ਨੂੰ ਤਕੜਾ ਰੱਖਣ ਵਾਸਤੇ ਚੰਗੇ ਭੋਜਨ ਦੀ ਜ਼ਰੂਰਤ ਹੁੰਦੀ ਹੈ, ਇਸੇ ਤਰ੍ਹਾਂ ਇਹ ਆਤਮਾ ਦਾ ਭੋਜਨ ਆ, ਆਤਮਿਕ ਗਿਆਨ ਆ, ਨਾਮ ਆ ਜਿਹੜਾ। ਜੇ ਕੋ ਖਾਵੈ, ਜੇ ਕੋਈ ਵੀ ਇਸ ਨੂੰ ਖਾ ਲਵੇ, ਭਾਵ ਸੁਣ ਲਵੇ, ਅੰਦਰ ਲੈ ਜਾਵੇ। ਜੇ ਕੋ ਪੁੰਚੈ, ਖਾ ਕੇ ਫਿਰ ਉਸ ਤੋਂ ਬਾਅਦ ਹਜਮ ਵੀ ਕਰ ਲਵੇ, ਤਿਸ ਕਾ ਹੋਏ ਉਧਾਰੋ, ਉਹਦਾ ਹੀ ਉਧਾਰ ਹੋ ਸਕਦਾ ਹੈ। ਉਹ ਜਮਾਂ ਦੀਆਂ ਫਾਹੀਆਂ ਤੋਂ ਬਚ ਸਕਦਾ ਹੈ। ਉਹਦਾ ਜੀਵਨ ਬਹੁਤ ਵਧੀਆ ਉੱਚਾ ਸੁੱਚਾ ਹੋ ਸਕਦਾ ਹੈ। ਉਹਦੇ ਅੰਦਰਲਾ ਕਾਰਜ ਹੋ ਸਕਦਾ ਹੈ। ਆਤਮਾ ਤੇ ਪਰਮਾਤਮਾ ਦਾ ਮਿਲਾਪ ਹੋ ਸਕਦਾ ਹੈ। ਉਹਦਾ ਜੀੜਾ ਜਿਹੜਾ ਡੋਲੇਗਾ ਨਹੀਂ, ਜਿਹੜਾ ਇਸ ਭੋਜਨ ਨੂੰ ਛਕੇਗਾ ਜੀ। ਇਹ ਬਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਤਾਰੋ। ਫਿਰ ਸਵਾਲ ਬਣਦਾ ਵੀ ਕਿੰਨਾ ਚਿਰ ਖਾਈਏ ਇਹ ਭੋਜਨ ਨੂੰ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਆ ਭਾਈ ਸਰੀਰਕ ਭੋਜਨ ਕਿੰਨਾ ਚਿਰ ਖਾਣਾ ਹੁੰਦਾ। ਸਰੀਰ ਨੂੰ ਤਕੜਾ ਰੱਖਣ ਵਾਸਤੇ ਹਰ ਰੋਜ਼ ਸਵੇਰੇ ਸ਼ਾਮ, ਕਈ ਤਾਂ 3 ਟਾਈਮ ਛਕਦੇ ਆ ਭਾਈ। ਹੁਣ ਇਹ ਵਸਤ ਤਜੀ ਨਹਿ ਜਾਈ, ਆਈ ਸਮਝ ਲਾ ਜਿਵੇਂ ਸਰੀਰ ਭੁੱਖਾ ਮਰ ਸਕਦਾ ਛੱਡੇ ਤੋਂ, ਇਸੇ ਤਰ੍ਹਾਂ ਸਾਡੀ ਆਤਮਾ ਭੁੱਖੀ ਹੋ ਸਕਦੀ ਹੈ। ਅਸੀਂ ਅੰਦਰੋਂ ਭੁੱਖ ਪੈਦਾ ਹੋ ਜਾਂਦੀ ਹੈ ਜੇ ਇਹ ਨਾ ਛਕੀਏ ਤਾਂ। ਇਸ ਕਰਕੇ ਹਰ ਰੋਜ਼ ਛਕਣਾ ਭਾਈ। ਇਹ ਵਸਤ ਤਜੀ ਨਹਿ ਜਾਈ, ਇਹ ਭੋਜਨ ਛੱਡਿਆ ਨਹੀਂ ਜਾ ਸਕਦਾ, ਆਨਾ ਬਹਾਨਾ ਨਹੀਂ ਲਾਇਆ ਜਾ ਸਕਦਾ। ਨਿਤ ਨਿਤ ਰੱਖ ਉਰ ਧਾਰੋ, ਨਿਤ ਨਿਤ ਇਹ ਛਕਣਾ, ਹਿਰਦੇ ਦੇ ਅੰਦਰ ਲੈ ਕੇ ਜਾਣਾ,
ਅੰਦਰੋਂ ਧਰਵਾਸ ਮਿਲਣਾ ਸ਼ੁਰੂ ਹੋ ਜਾਣਾ। ਸਾਨੂੰ ਜਦੋਂ ਪਹਿਲਾਂ ਥੋੜ੍ਹਾ ਜਿਹਾ ਲੱਗਣਾ, ਜਦੋਂ ਅੰਦਰੋਂ ਆਸਰਾ ਹੋਣ ਲੱਗ ਗਿਆ ਨਾ, ਜਦੋਂ ਜਿੰਮ 'ਚ ਕੋਈ ਜਾਂਦਾ ਪਹਿਲੇ ਦਿਨ 5-4 ਦਿਨ ਔਖਾ ਲੱਗਦਾ, ਜਦੋਂ ਆਦਤ ਪੈ ਜਾਂਦੀ ਹੈ ਨਾ ਸਰੀਰ ਬਣਾਉਣ ਦੀ, ਚੰਗਾ ਭੋਜਨ ਛਕਣ ਦੀ, ਫਿਰ ਹਰ ਰੋਜ਼ ਮਨੁੱਖ ਆਪਣੇ ਆਪ ਜਾਣ ਲੱਗ ਜਾਂਦਾ। ਇਸੇ ਤਰ੍ਹਾਂ ਅਸੀਂ ਮਨ ਨੂੰ ਪ੍ਰੇਰ ਕੇ, ਮਨ ਨੂੰ ਬੰਨ੍ਹ ਕੇ, ਮਨ ਨੂੰ ਨਰੜ ਕੇ ਕਹਿ ਲਈਏ ਜਾਂ ਪਿਆਰ ਨਾਲ ਕਹਿ ਲਈਏ, ਇਹ ਭੋਜਨ ਛਕਾਉਣਾ ਜਦੋਂ ਛਕਣ ਲੱਗ ਗਿਆ ਹੌਲੀ ਹੌਲੀ, ਕਿਉਂਕਿ ਮਨ ਬੱਚਾ, ਇਹਨੂੰ ਪਤਾ ਨਹੀਂ, ਬੱਚਿਆਂ ਨੂੰ ਪਤਾ ਨਹੀਂ, ਮਾਵਾਂ ਬੱਚਿਆਂ ਨੂੰ ਵਧੀਆ ਖੁਰਾਕ ਛਕਾਉਂਦੀਆਂ ਹੁੰਦੀਆਂ, ਇਸੇ ਤਰ੍ਹਾਂ ਮਨ ਰੂਪੀ ਬੱਚੇ ਨੂੰ ਵੀ ਅਸੀਂ ਇਹ ਆਤਮਿਕ ਖੁਰਾਕ ਛਕਾਉਣੀ ਹੈ ਭਾਈ, ਇਹ ਛੱਡੀ ਨਹੀਂ ਜਾ ਸਕਦੀ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਕਿਉਂ ਨਹੀਂ ਛੱਡੀ ਜਾ ਸਕਦੀ? ਇਹਦਾ ਕਾਰਨ ਵੀ ਹੈ ਭਾਈ, ਸਾਰਾ ਕੁਝ ਗੁਰਬਾਣੀ ਦੇ ਵਿੱਚ ਸਮਝਾਇਆ ਗਿਆ, ਖੋਲ੍ਹ ਕੇ ਸਮਝਾਇਆ ਗਿਆ। ਤਮ ਸੰਸਾਰ ਤਾਂ ਨਹੀਂ ਛੱਡੀ ਜਾ ਸਕਦੀ ਭਾਈ, ਇਹ ਆਤਮਿਕ ਗਿਆਨ, ਇਹ ਨਾਮ ਨੂੰ ਤਾਂ ਨਹੀਂ ਛੱਡਿਆ ਜਾ ਸਕਦਾ ਕਿਉਂਕਿ ਸੰਸਾਰ ਦੇ ਵਿੱਚ ਹਨੇਰਾ, ਤਮ ਦਾ ਅਰਥ ਹੈ ਹਨੇਰਾ, ਤਮੋ ਗੁਣੀ ਸੰਸਾਰ। ਚਰਨ ਲੱਗ ਧਰੀਐ, ਇਸ ਹਨੇਰ ਕੋਠੜੀ ਦੇ ਵਿੱਚੋਂ, ਇਹ ਤਿੰਨਾਂ ਗੁਣਾਂ ਦੀ ਸੰਸਾਰ ਰੂਪੀ ਕੋਠੀ ਦੇ ਵਿੱਚੋਂ ਗੁਰੂ ਦੇ ਚਰਨਾਂ ਨੂੰ ਪਕੜ ਕੇ ਤਰਿਆ ਜਾ ਸਕਦਾ ਹੈ। ਮੰਨ ਲਓ 6-6 ਫੁੱਟ ਪਾਣੀ ਆ, 4 ਫੁੱਟ ਦਾ ਬੱਚਾ, ਹੁਣ ਜੇ ਆਪਦੇ ਆਪ ਤਰਨ ਜਾਵੇਗਾ, ਲੰਘੇਗਾ ਤਾਂ ਡੁੱਬ ਜਾਏਗਾ, ਤੇ ਪਾਪੇ ਦੀ ਜਿਹੜਾ ਹੈ ਮੋਢਿਆਂ ਤੇ ਬਹਿ ਜਾਏਗਾ ਜੋ 6 ਫੁੱਟ ਦਾ, ਉਹ 5 ਫੁੱਟ ਪਾਣੀ ਤੋਂ ਪਾਰ ਕਰਾ ਦੇਵੇਗਾ। ਇਸੇ ਤਰ੍ਹਾਂ ਇਹ ਸੰਸਾਰ ਦੇ ਵਿੱਚ ਹਨੇਰਾ, ਮਨ ਭਟਕਦਾ, ਸਾਰਿਆਂ ਦਾ ਹੀ ਭਟਕਦਾ ਭਾਈ, ਸਾਰਿਆਂ 'ਤੇ ਸਾਡੇ 'ਤੇ ਮਾਇਆ ਦਾ ਅਸਰ ਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਸ ਹਨੇਰੇ 'ਚੋਂ, ਇਸ ਸੰਸਾਰ ਦੀ ਕੋਠੜੀ 'ਚੋਂ, ਇਸ ਅਗਿਆਨਤਾ ਦੀ ਭਰੀ ਹੋਈ ਕੋਠੜੀ ਦੇ ਵਿੱਚੋਂ ਮਨ ਨਿਕਲ ਸਕਦਾ ਜੇ ਗੁਰੂ ਦੇ ਚਰਨ ਪਕੜ ਲਵੇ। ਚਰਨ ਲੱਗ ਤਰੀ ਹੈ, ਚਰਨਾਂ ਦੇ ਨਾਲ ਜੁੜ ਕੇ ਤਰਿਆ ਜਾ ਸਕਦਾ ਹੈ। ਸਭ ਨਾਨਕ ਬ੍ਰਹਮ ਪਸਾਰੋ, ਤੇ ਤਰੇ ਦਾ ਅਰਥ ਕੀ ਹੈ? ਡੁੱਬੇ ਦਾ ਜਿਹੜਾ ਤੇ ਤਰੇ ਦਾ ਫਰਕ ਕੀ ਹੈ? ਮਨਮੁਖ ਦਾ ਤੇ ਗੁਰਮੁਖ ਦਾ ਫਰਕ ਕੀ ਹੈ? ਮਨਮੁਖ ਕਹਿੰਦਾ ਰੱਬ ਦਿਖਾ ਕਿੱਥੇ ਆ, ਤੇ ਗੁਰਮੁਖ ਕਹਿੰਦਾ ਤੂੰ ਐਂ ਦਿਖਾ ਵੀ ਰੱਬ ਹੈ ਕਿੱਥੇ ਨਹੀਂ। ਬਸ ਫਰਕ ਇਹੀ ਹੈ। ਮਨਮੁਖ ਆ ਜਿਹੜਾ, ਉਹ ਰੱਬ ਨੂੰ ਹਾਜ਼ਰ ਨਾਜ਼ਰ ਨਹੀਂ ਸਮਝਦਾ, ਇਸੇ ਕਰਕੇ ਧੋਖਾ, ਠੱਗੀ, ਚੋਰੀ, ਫਰੇਬ ਉਹੀ ਕਰਦਾ। ਜਿਹੜਾ ਗੁਰਮੁਖ ਆ ਉਹਦੇ ਸਾਹਮਣੇ ਪ੍ਰਗਟ ਹੋ ਜਾਂਦਾ, ਉਹਦੇ ਸਾਹਮਣੇ ਚਾਨਣ ਹੋ ਜਾਂਦਾ, ਉਹਨੂੰ ਆਪਣੇ ਖੁਦ ਦਾ, ਆਪਣੇ ਲੇਖੇ ਦਾ, ਆਪਣੇ ਅੰਦਰ ਦਾ ਫਿਕਰ ਹੋ ਜਾਂਦਾ, ਉਹ ਫਿਰ ਅਕਲ ਵਾਲਾ ਹੋ ਜਾਂਦਾ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖਣਾ ਲੇਖ, ਆਪਣਾ ਗਿਰੀਬਾਨ ਮਹਿ ਸਿਰ ਨੀਮਾ ਕਰ ਦੇਖ। ਫਿਰ ਉਹ ਆਪਣੇ ਅੰਦਰ ਚਲਿਆ ਜਾਂਦਾ, ਆਪਣੇ ਆਪ ਨੂੰ ਸਵਾਰਨਾ ਸ਼ੁਰੂ ਕਰ ਦਿੰਦਾ, ਆਪਣੇ ਅੰਦਰ ਇਹ ਰੋਸ਼ਨੀ, ਇਹ ਗਿਆਨ, ਇਹ ਨਾਮ, ਗੁਰਬਾਣੀ, ਇਸ ਜਗ ਮਹਿ ਚਾਨਣ, ਕਰਮ ਵਸੈ ਮਨ ਆਏ, ਇਹ ਅੰਦਰ ਨੂੰ ਲੈ ਕੇ ਚਲਿਆ ਜਾਂਦਾ। ਤੇ ਅੰਦਰੋਂ ਹੀ ਫਿਰ ਜਦੋਂ ਕਪਾਟ ਖੁੱਲ੍ਹ ਜਾਂਦੇ ਆ, ਅੰਦਰੋਂ ਹੀ ਫਿਰ ਬ੍ਰਹਮ ਦੀ ਨਿਗਾਹ ਬਣ ਜਾਂਦੀ ਹੈ। ਤਿੰਨਾਂ ਗੁਣਾਂ ਤੋਂ ਮਨ ਉੱਪਰ ਹੋ ਜਾਂਦਾ, ਚੌਥੇ ਪਦ ਵਿੱਚ ਪ੍ਰਵੇਸ਼ ਕਰ ਜਾਂਦਾ, ਗਿਆਨਵਾਨ ਹੋ ਜਾਂਦਾ, ਨੇਤਰ ਆ ਜਿਹੜਾ ਤੀਜਾ ਉਹ ਖੁੱਲ੍ਹ ਜਾਂਦਾ। ਫਿਰ ਸਭ ਨਾਨਕ ਬ੍ਰਹਮ ਪਸਾਰੋ, ਫੇਰ ਆ ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ ਅੱਬਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸਾਰਿਆਂ ਦੇ ਵਿੱਚ, ਕਣ ਕਣ ਦੇ ਵਿੱਚ ਉਹ ਪਸਰਿਆ ਹੋਇਆ, ਉਹ ਵਸ ਰਿਹਾ ਹੈ, ਉਹ ਮੈਨੂੰ ਦੇਖ ਰਿਹਾ ਹੈ। ਜੋ ਵੀ ਮੈਂ ਕਰ ਰਿਹਾ ਹਾਂ ਉਹ ਮੇਰੀ ਸੋਚ ਨੂੰ ਪਕੜ ਰਿਹਾ ਹੈ, ਕਿਉਂਕਿ ਮੇਰੇ ਅੰਦਰ ਹੀ ਹੈ। ਜੋ ਮੇਰੇ ਫੁਰਨੇ ਬਣ ਰਹੇ ਆ ਉਹ ਮੈਂ ਕਰਾਂ ਜਾਂ ਨਾ ਕਰਾਂ। ਮੰਨ ਲਓ ਮੇਰੇ ਅੰਦਰ ਕਿਸੇ ਦੇ ਪ੍ਰਤੀ ਬੈਰ ਵਿਰੋਧ ਆ ਗਿਆ ਵੀ ਫਲਾਨੇ ਨੂੰ ਮੈਂ ਕੁੱਟਣਾ, ਹੁਣ ਮੰਨ ਲਓ ਮੈਨੂੰ ਮੌਕਾ ਨਹੀਂ ਮਿਲਿਆ ਕੁੱਟਣ ਦਾ, ਹੁਣ ਜਿਹੜਾ ਅਪਰਾਧ ਹੋਣੋਂ ਤਾਂ ਬਚ ਗਿਆ ਪਰ ਪਾਪ ਹੋ ਗਿਆ, ਕਿਉਂਕਿ ਅੰਦਰੋਂ ਹੀ ਪਕੜਿਆ ਗਿਆ, ਮੌਕਾ ਨਹੀਂ ਮਿਲਿਆ, ਉਹ ਗੱਲ ਵੱਖ ਆ। ਦੁਨੀਆ 'ਚ ਨਹੀਂ ਪ੍ਰਗਟ ਹੋਇਆ, ਉਹ ਗੱਲ ਵੱਖ ਆ। ਸੋਚ ਤਾਂ ਤੇਰੀ ਅੰਦਰ ਹੀ ਸੀ ਭਾਈ, ਪਕੜਿਆ ਤਾਂ ਮਨੁੱਖ ਅੰਦਰੋਂ ਹੀ ਜਾਂਦਾ। ਫਿਰ ਮਨੁੱਖ ਇਹ ਗੱਲਾਂ ਨੂੰ ਸਮਝ ਲੈਂਦਾ, ਉਹ ਆਪਣੇ ਆਪ ਨੂੰ ਬਦਲ ਲੈਂਦਾ, ਉਹ ਪਿਆਰਾ ਬਣ ਜਾਂਦਾ ਪਰਮਾਤਮਾ ਦਾ। ਜੋ ਗੁਰੂ ਤੋਂ ਗਿਆਨ ਲੈ ਲੈਂਦਾ ਉਹਨੂੰ ਸਾਰੇ ਪਾਸੇ ਰੱਬ ਦਿਸਣ ਲੱਗ ਜਾਂਦਾ, ਸਾਰੇ ਪਾਸੇ ਬ੍ਰਹਮ ਹੀ ਬ੍ਰਹਮ ਆ ਭਾਈ। ਸ਼ਲੋਕ ਮਹੱਲਾ ਪੰਜਵਾ।
ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀ ਤੋਈ। ਹੁਣ ਹਨੇਰੇ ਦੇ ਵਿੱਚੋਂ ਚਾਨਣ ਦੇ ਵਿੱਚ ਕਰ ਦਿੱਤਾ। ਅਸੀਂ ਬਿਲਕੁਲ ਅਗਿਆਨੀ ਸੀ, ਫਸੇ ਹੋਏ ਸੀ ਤਿੰਨਾਂ ਗੁਣਾਂ ਦੇ ਵਿੱਚ, ਕੱਖ ਨਹੀਂ ਪਤਾ ਸੀ। ਜਦੋਂ ਗੁਰੂ ਦੇ ਲੜ ਲੱਗੇ, ਜਦੋਂ ਗੁਰਬਾਣੀ ਨੂੰ ਪੜ੍ਹਨ ਸੁਣਨ ਸਮਝਣ ਲੱਗੇ, ਹੌਲੀ ਹੌਲੀ ਜੇ ਵੀ ਕੋਈ ਧਿਆਨ ਦੇ ਨਾਲ ਹੌਲੀ ਹੌਲੀ ਇਹ ਭੋਜਨ ਛਕਦਾ ਜਾਵੇਗਾ ਤਾਂ ਉਹਨੂੰ ਚਾਰੇ ਪਾਸਿਓਂ ਰੱਬ ਮਿਲ ਜਾਵੇਗਾ, ਰੱਬ ਦਿਸਣ ਲੱਗ ਜਾਵੇਗਾ, ਬ੍ਰਹਮ ਦੇ ਦਰਸ਼ਨ ਹੋ ਜਾਣਗੇ, ਉਹਦੀ ਜਿਉਂਦੇ ਦੀ ਮੁਕਤੀ ਹੋ ਜਾਊਗੀ। ਮੋਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੈ ਕੋਇਲਾ, ਉਹਦਾ ਐਸਾ ਜੀਵਨ ਬਣ ਜਾਵੇਗਾ। ਭਾਈ ਅੱਗੇ ਸਮਝਾ ਰਹੇ ਹਨ ਪੰਜਵੇਂ ਪਾਤਸ਼ਾਹ ਅਗਲੇ ਸ਼ਲੋਕ ਦੇ ਵਿੱਚ ਕਿ ਤੇਰਾ ਕੀਤਾ ਜਾਤੋ ਨਾਹੀ। ਉਹਨੂੰ ਗਿਆਨ ਤਾਂ ਸਾਰਾ ਹੋ ਜਾਵੇਗਾ, ਗਿਆਨ ਲੈ ਲੈ ਕੇ ਗਿਆਨ ਲੈ ਲੈ ਕੇ ਗਿਆਨ ਲੈ ਲੈ ਕੇ ਇੱਥੇ ਪਹੁੰਚ ਜਾਵੇਗਾ ਕਿ ਮੈਨੂੰ ਕੁਛ ਨਹੀਂ ਪਤਾ, ਤੇਰਾ ਪਸਾਰਾ ਬਹੁਤ ਬਹੁਤ ਦੂਰ ਤੱਕ ਆ, ਬਹੁਤ ਦੂਰ ਤੱਕ ਆ। ਮੇਰੀ ਸੋਚ, ਮੇਰੀ ਅਕਲ, ਮੇਰੀ ਮੱਤ, ਮੇਰੀ ਸੁਰਤ ਦੇ ਘੋੜੇ ਉੱਥੇ ਤੱਕ ਨਹੀਂ ਪਹੁੰਚ ਸਕਦੇ। ਹਾਰ ਗਿਆ, ਮੈਂ ਡਿੱਗ ਪਿਆ, ਤੇਰਾ ਕੀਤਾ ਜਾਤੋ ਨਾਹੀ, ਮੈਂ ਨਹੀਂ ਜਾਣ ਸਕਦਾ, ਮੈਨੂੰ ਜੋਗ ਕੀ ਤੋਈ। ਹੁਣ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪ੍ਰਮਾਤਮਾ ਦੇ ਸਨਮੁਖ ਹੋ ਕੇ ਇਹ ਬਚਨ ਕਰ ਰਹੇ ਹਨ ਕਿ ਮੇਰੇ 'ਚ ਇੰਨੀ ਤਾਕਤ ਨਹੀਂ ਸੀ ਕਿ ਐਡੇ ਵੱਡੇ ਗਿਆਨ ਨੂੰ ਇਕੱਤਰ ਕਰਕੇ ਇੰਨੇ ਸੁੰਦਰ ਢੰਗ ਦੇ ਨਾਲ ਪਰੋਸ ਕੇ ਮੈਂ ਲੋਕਾਂ ਦੇ ਸਾਹਮਣੇ, ਦੁਨੀਆ ਦੇ ਸਾਹਮਣੇ ਰੱਖ ਸਕਾਂ। ਇਹ ਕਿਵੇਂ ਹੋਇਆ? ਇਹ ਤੇਰੀ ਕਿਰਪਾ ਦੇ ਨਾਲ ਹੋਇਆ। ਤੇਰਾ ਕੀਤਾ ਜਾਤੋ ਨਾਹੀ, ਮੈਂ ਤਾਂ ਜਾਣ ਹੀ ਨਹੀਂ ਸਕਿਆ, ਮੇਰੇ ਤੋਂ ਕਿਵੇਂ ਕਰਾ ਲਿਆ। ਮੈਨੂੰ ਜੋਗ ਕੀ ਤੋਈ। ਜੇ ਮੇਰੇ ਵਿੱਚ ਕੋਈ ਯੋਗਤਾ ਆਈ, ਜੇ ਮੇਰੇ ਵਿੱਚ ਕੋਈ ਗੁਣ ਆਇਆ, ਜੇ ਮੈਨੂੰ ਕੋਈ ਸੇਵਾ ਮਿਲੀ ਲੋਕ ਭਲਾਈ ਕਰਨ ਦੀ, ਦੁਨੀਆ ਨੂੰ ਸਮਝਾਉਣ ਦੀ, ਤਾਂ ਤੁਸੀਂ ਯੋਗ ਕੀਤਾ, ਤੁਹਾਡੀ ਕਿਰਪਾ ਹੋਈ। ਮੈਂ ਨਿਰਗੁਣ ਆਰੇ, ਮੈਂ ਨਿਰਗੁਣ ਰਾਂਝੀ। ਖੇਲ ਕਿੱਥੋਂ ਸ਼ੁਰੂ ਹੋਈ ਸੀ? ਅਬ ਹਮ ਚੱਲੀ ਠਾਕਰ ਪਹਿਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਮੈਂ ਨਿਰਗੁਣ ਆਰੇ, ਕੋ ਗੁਣ ਨਾਹੀ, ਆਪੇ ਤਰਸ ਪਇਓਈ। ਅਸੀਂ ਆਪਣੇ ਗੁਰੂ ਪਿਤਾ ਨੂੰ, ਪੰਜਵੇਂ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਉਹਨਾਂ ਦੇ ਪਿੱਛੇ ਪੱਲਾ ਫੜ ਕੇ ਖੜ ਜਾਣਾ। ਪਰਮਾਤਮਾ ਬਿਲਕੁਲ ਸਾਹਮਣੇ ਆ। ਅਸੀਂ ਵੀ ਇਹੀ ਬੇਨਤੀ ਕਰਨੀ ਹੈ, ਸਾਡੀ ਬੱਚਿਆਂ ਦੀ ਗੁਰੂ ਪਿਤਾ ਜੀ ਅੱਗੇ ਹੋ ਕੇ ਪਰਮਾਤਮਾ ਦੇ ਸਨਮੁਖ ਖੜ ਕੇ ਸਾਡੀ ਬੇਨਤੀ ਕਰਾ ਰਹੇ ਹਨ। ਜੇ ਕਿਤੇ ਅੱਜ ਆਪਣੇ ਆਪ ਨੂੰ ਇਸ ਬੇਨਤੀ ਦੇ ਵਿੱਚ ਸ਼ਾਮਲ ਕਰ ਲਈਏ, ਇਸ ਅਰਦਾਸ ਦੇ ਵਿੱਚ ਸ਼ਾਮਲ ਕਰ ਲਈਏ ਕਿ ਮੈਂ ਨਿਰਗੁਣ ਆਰੇ, ਕੋ ਗੁਣ ਨਾਹੀ, ਆਪੇ ਤਰਸ ਪਇਓਈ। ਇਹ ਤਾਂ ਤੇਰਾ ਤਰਸ ਆ, ਇਹ ਤਾਂ ਤੇਰੀ ਰਹਿਮਤ ਆ, ਮੈਨੂੰ ਕਮਲੇ ਰਮਲੇ ਜੇ ਨੂੰ ਇੰਨੇ ਯੋਗ ਕਰ ਦਿੱਤਾ। ਇਹ ਤਾਂ ਤੇਰੀ ਰਹਿਮਤ ਆ। ਅਗਰ ਮੇਰੇ ਵਿੱਚ ਕੋਈ ਗੁਣ ਆ, ਅਗਰ ਮੇਰੇ ਵਿੱਚ ਕੋਈ ਚੰਗਾਪਣ ਹੈ, ਤਾਂ ਇਹ ਤੇਰਾ ਤਰਸ ਆ, ਤੇਰੀ ਰਹਿਮਤ ਆ। ਤਰਸ ਪਿਆ ਮਿਹਰਮਤ ਹੋਈ, ਸਤਿਗੁਰ ਸੱਜਣ ਮਿਲਿਆ। ਤਰਸ ਪਿਆ। ਹੁਣ ਪਰਮਾਤਮਾ ਬਿਲਕੁਲ ਸਾਹਮਣੇ ਆ, ਬਿਲਕੁਲ ਸਾਹਮਣੇ ਪ੍ਰਤੱਖ। ਅਤੇ ਪਰਮਾਤਮਾ ਦੇ ਸਾਹਮਣੇ ਮੇਰੇ ਪੰਜਵੇਂ ਪਾਤਸ਼ਾਹ ਜੀ ਆ, ਅਤੇ ਪੰਜਵੇਂ ਪਾਤਸ਼ਾਹ ਜੀ ਦੇ ਅਸੀਂ ਪਿੱਛੇ ਪੰਜਵੇਂ ਪਾਤਸ਼ਾਹ ਜੀ ਦੇ ਸਿੱਖ ਹਾਂ। ਕੀ ਅਰਦਾਸ ਹੋ ਰਹੀ ਆ? ਤਰਸ ਪਿਆ ਮਿਹਰਮਤ ਹੋਈ, ਸਤਿਗੁਰ ਸੱਜਣ ਮਿਲਿਆ। ਹੁਣ ਗੁਰੂ ਪਾਤਸ਼ਾਹ ਜੀ ਅਰਦਾਸ ਕਰ ਰਹੇ ਹਨ। ਇੱਕ ਨੁਕਤਾ ਜਿਹੜਾ ਸਭ ਤੋਂ ਵੱਡਾ ਫਾਰਮੂਲਾ ਗੁਰਬਾਣੀ ਨੂੰ ਸਮਝਣ ਦਾ, ਕਿ ਮੈਨੂੰ ਸਮਝਾਇਆ ਜਾ ਰਿਹਾ, ਹੁਣ ਸਮਝਾਇਆ ਜਾ ਰਿਹਾ, ਇੱਥੇ ਤੱਕ ਨਹੀਂ ਸੀਮਤ ਰਹਿ ਜਾਣਾ ਕਿ ਪੰਜਵੇਂ ਪਾਤਸ਼ਾਹ ਜੀ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਤੁਸੀਂ ਕਿਰਪਾ ਕੀਤੀ, ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ। ਹਾਂ, ਇਹ ਸੱਚ ਹੈ, ਪਰ ਸਾਨੂੰ ਹੁਣ ਸਮਝਾਇਆ ਜਾ ਰਿਹਾ, ਅਸੀਂ ਹੁਣ ਕੀ ਕਰਨਾ, ਅਸੀਂ ਕੀ ਸਿੱਖਿਆ ਲੈਣੀ ਆ ਪ੍ਰੈਜੈਂਟ, ਹੁਣ, ਅੱਜ। ਜਾਂ ਆਮ ਤੌਰ 'ਤੇ ਸਾਨੂੰ ਐਂ ਸਮਝਾਇਆ ਜਾਂਦਾ, ਪਿਛਲੇ ਸਮੇਂ 'ਚ ਐਂ ਹੋਇਆ ਸੀ, ਹਾਂ ਹੋਇਆ ਸੀ, ਐਂ ਹੋਇਆ ਸੀ, ਹੋਇਆ ਸੀ, ਐਂ ਹੋਇਆ ਸੀ, ਹੋਇਆ ਸੀ। ਅੱਗੇ
ਐਂ ਹੋਏਗਾ ਹੋਏਗਾ, ਐਂ ਹੋਏਗਾ ਹੋਏਗਾ। ਹੁਣ ਨਾ ਤਾਂ ਪਿਛਲਾ ਸਮਾਂ ਅੱਗੇ ਆ ਸਕਦਾ, ਉਹ ਤੋਂ ਸਿੱਖਿਆ ਲਈ ਜਾ ਸਕਦੀ ਹੈ। ਹਮ ਆਦਮੀ ਹੈ ਇੱਕਦਮੀ ਮੋਲਤ ਮੋਤ ਨਾ ਜਾਣਾ, ਅੱਗੇ ਦਾ ਪਤਾ ਕੋਈ ਨਹੀਂ। ਅਸੀਂ ਹੁਣ ਕਿਵੇਂ ਸਬਰ ਸਕਦੇ ਹਾਂ? ਅਸੀਂ ਜਿਸ ਹਾਲਤ ਵਿੱਚ ਵੀ ਹਾਂ, ਜਿੱਥੇ ਵੀ ਹਾਂ, ਹੁਣੇ ਕਿਵੇਂ ਸਬਰ ਸਕਦੇ ਹਾਂ? ਇਹ ਗੁਰਬਾਣੀ ਦਾ ਸੱਚਾ ਗਿਆਨ ਆ ਭਾਈ। ਗੁਰੂ ਪਿਤਾ ਜੀ ਸਮਝਾ ਰਹੇ ਹਨ, ਤਰਸ ਪਿਆ ਮਿਹਰਮਤ ਹੋਈ। ਮਿਹਰ ਅਮਤ ਇਹ ਦੋ ਸ਼ਬਦ ਆ। ਮਿਹਰ ਜਮਾ ਅਮਿਤ, ਮਿੱਤ ਮਿਣੀ ਜਾਣ ਵਾਲੀ, ਅਮਿਤ ਨਾ ਮਿਣੀ ਜਾਣ ਵਾਲੀ। ਤੇਰੇ ਤਰਸ ਦੇ ਕਰਕੇ, ਤੇਰਾ ਗੁਰਪ੍ਰਸਾਦ ਕਰਕੇ, ਤੇਰੀ ਕਿਰਪਾ ਹੋਈ ਮੇਰੇ ਤੇ। ਮਿਹਰ ਅਮਤ, ਮਿਹਰ ਅਮਿਤ ਹੋਈ। ਮੈਨੂੰ ਮੱਤ ਮਿਲੀ, ਮੈਨੂੰ ਗਿਆਨ ਮਿਲਿਆ। ਕਦੋਂ? ਸਤਿਗੁਰ ਸੱਜਣ ਮਿਲਿਆ। ਕਿਰਪਾ ਦੀ ਨਿਸ਼ਾਨੀ ਸਤਿਗੁਰੂ ਨਾਲ ਜੁੜ ਜਾਂਦਾ ਭਾਈ। ਸਤਿਗੁਰ ਸੱਜਣ ਮਿਲਿਆ। ਹੁਣ ਇਹ ਕਿਹੜਾ ਸਤਿਗੁਰੂ? ਗੁਰੂ ਪਾਤਸ਼ਾਹ ਜੀ ਸੱਚ ਦੇ ਗਿਆਨ ਨੂੰ ਸਤਿਗੁਰੂ ਕਹਿ ਰਹੇ ਹਨ, ਜਿਹੜਾ ਸੱਚ ਨਾਲ ਜੋੜਦਾ ਹੈ। ਸਾਡੇ ਵਾਸਤੇ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਹਨ। ਇਹ ਸਾਡੇ ਸੱਜਣ ਹਨ। ਪਰਮਾਤਮਾ ਦੀ ਕਿਰਪਾ ਦੀ ਪਹਿਲੀ ਨਿਸ਼ਾਨੀ ਇਹ ਹੈ ਕਿ ਮਨੁੱਖ ਗੁਰਬਾਣੀ ਨਾਲ ਜੁੜਦਾ। ਗੁਰਬਾਣੀ ਨੂੰ ਖੁਦ ਪੜ੍ਹੋ, ਖੁਦ ਸਮਝੋ, ਖੁਦ ਆਪਣੇ ਆਪ 'ਤੇ ਟਿਕਾਓ ਭਾਈ। ਆਪਣੇ ਬਾਪ ਨਾਲ ਆਪ ਗੱਲਾਂ ਕਰੋ, ਮੇਰੀ ਬੇਨਤੀ ਹੈ ਹੱਥ ਜੋੜ ਕੇ। ਤਰਸ ਪਿਆ ਮਿਹਰਮਤ ਹੋਈ, ਸਤਿਗੁਰ ਸੱਜਣ ਮਿਲਿਆ। ਜਦੋਂ ਤੇਰਾ ਤਰਸ ਹੋਇਆ, ਜਦੋਂ ਤੇਰੀ ਮਿਹਰ ਹੋਈ, ਨਾ ਮਿਣੀ ਜਾਣ ਵਾਲੀ ਮਿਹਰ ਹੋਈ, ਬਖਸ਼ਿਸ਼ ਹੋਈ। ਕਦੋਂ ਹੋਈ? ਜਦੋਂ ਮੈਂ ਧਰਮ ਨੂੰ ਸਮਝਿਆ। ਪਹਿਲਾਂ ਧਰਮਖੰਡ ਦੇ ਵਿੱਚ ਮੈਂ ਆਪਣੀ ਸੁਰਤ ਨੂੰ ਲੈ ਕੇ ਗਿਆ, ਫਿਰ ਮੈਂ ਇਹ ਸਾਰਾ ਗਿਆਨ ਲਿਆ, ਗਿਆਨ ਖੰਡ ਦੇ ਵਿੱਚ ਪਹੁੰਚਿਆ। ਫਿਰ ਸ਼ਰਮਖੰਡ ਤੀਜਾ ਵਾਪਰਿਆ, ਜਿੱਥੇ ਦੁਨੀਆ ਦੇ ਵਿਚਾਰਾਂ ਦੇ ਨਾਲ ਟਕਰਾਅ ਹੋਇਆ। ਤੋਏ ਤੋਏ ਹੋਈ, ਚੰਗਾ ਮਾੜਾ ਹੋਇਆ, ਵਿਚਾਰ ਵਟਾਂਦਰਾ ਹੋਇਆ, ਤਾਂ ਰਸਤਾ ਇੱਧਰਲਾ ਮਿਲਿਆ। ਫਿਰ ਤੁਰਿਆ ਗਿਆ, ਫਿਰ ਸੱਚ ਦੇ ਰਸਤੇ 'ਤੇ ਚੱਲਦਾ ਗਿਆ ਸਿਰ ਸਿੱਟ ਕੇ। ਫਿਰ ਗੁਰੂ ਨੇ ਇਮਤਿਹਾਨ ਲਿਆ ਵੀ ਇਹ ਬਦਲਦਾ ਕਿ ਨਹੀਂ ਬਦਲਦਾ, ਦੁਨੀਆ ਵੱਲ ਨੂੰ ਜਾਂਦਾ ਕਿ ਨਹੀਂ ਜਾਂਦਾ। ਨਹੀਂ ਗਿਆ ਮਨ। ਫਿਰ ਆ ਜਿਹੜਾ ਇੱਥੇ ਘਾੜਤ ਘੜੀ ਗਈ, ਤਿੱਥੇ ਘੜੀ ਹੈ ਸੁਰਤ, ਮਤ, ਮਨ, ਬੁੱਧ। ਫਿਰ ਕੀ ਵਾਪਰਿਆ? ਫਿਰ ਕਰਮਖੰਡ ਵਾਪਰਿਆ। ਫਿਰ ਬਖਸ਼ਿਸ਼ ਹੋਈ। ਉਹ ਬਖਸ਼ਿਸ਼ ਕਿਵੇਂ ਹੋਈ? ਕਰਮਖੰਡ ਤੋਂ ਬਾਅਦ ਫਿਰ ਕੀ ਮਿਲਿਆ? ਸੱਚਖੰਡ। ਕਿਹਨੂੰ ਮਿਲਿਆ? ਸਿੱਖ ਨੂੰ। ਕਿਹੜੇ ਸਿੱਖ ਨੂੰ? ਗੁਰੂ ਦੇ ਸਿੱਖ ਨੂੰ। ਮਰ ਕੇ ਮਿਲਿਆ ਕਿ ਜਿਉਂਦਿਆਂ ਮਿਲਿਆ? ਜਿਉਂਦਿਆਂ ਮਿਲਿਆ। ਬਾਣੀ ਕੀ ਕਹਿ ਰਹੀ ਹੈ? ਮੋਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੈ ਹੋਏ ਲਾ। ਆਨੰਦ ਬਣ ਗਿਆ, ਨਜ਼ਾਰਾ ਆ ਗਿਆ ਜ਼ਿੰਦਗੀ ਜਿਉਣ ਦਾ। ਆਪਣੇ ਆਪ ਦਾ ਪਤਾ ਲੱਗ ਗਿਆ। ਆਪਣੇ ਅੰਦਰੋਂ ਜਿਹੜਾ ਜੀਵਤ ਅਵਸਥਾ ਦੇ ਵਿੱਚ ਮਨੁੱਖ ਹੋ ਗਿਆ। ਤੇਰੀ ਰਹਿਮਤ ਆ, ਤੇਰਾ ਤਰਸ ਆ। ਜਿੱਦਾਂ ਤੇਰੀ ਰਹਿਮਤ ਹੋ ਗਈ, ਤੇਰਾ ਤਰਸ ਹੋ ਗਿਆ, ਸਤਿਗੁਰ ਸੱਜਣ ਮਿਲ ਪੈਣਾ। ਹੁਣ ਆਪਣੇ ਆਪ 'ਤੇ ਟਿਕਾ ਲਈਏ। ਉਹਦੀ ਤਰਸ ਵੀ ਹੋਇਆ ਹੋਇਆ, ਉਹਦੀ ਰਹਿਮਤ ਵੀ ਹੋਈ ਹੋਈ ਹੈ। ਸਤਿਗੁਰੂ ਸੱਜਣ, ਸਤਿਗੁਰੂ ਸੱਚੇ ਪਾਤਸ਼ਾਹ ਬਾਹਾਂ ਖਿਲਾਰ ਕੇ ਐਂ ਬਹਿ ਜਾਂਦੇ ਆ ਸਵੇਰੇ। ਆਓ ਭਾਈ ਗਿਆਨ ਲਓ ਬੱਚਿਓ, ਗਿਆਨ ਲਓ। ਅਤੇ ਜਦੋਂ ਮੱਥਾ ਟੇਕ ਕੇ ਮੁੜਦਾ ਸਿੱਖ, ਫਿਰ ਨਾਲ ਆਵਾਜ਼ ਮਾਰਦੇ ਆ, ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ, ਉਹ ਡਿੱਠੇ ਮੁਕਤ ਨ ਹੋਵਈ, ਜਿਚਰ ਸ਼ਬਦ ਨ ਕਰਹਿ ਵਿਚਾਰ। ਆ ਭਾਈ ਆਪ ਪੜ੍ਹ, ਸੁਣ, ਸਮਝ ਬਾਣੀ ਨੂੰ, ਫਿਰ ਇਹ ਸਾਡਾ ਜਿਹੜਾ ਆਧਾਰ ਹੋ ਸਕਦਾ। ਸੱਜਣ ਮਿਲਿਆ ਹੋਇਆ, ਸੱਜਣ ਹਾਜ਼ਰ ਨਾਜ਼ਰ ਆ। ਗੁਰੂ ਦਾ ਗਿਆਨ ਦਿੱਤਾ ਜਾ ਰਿਹਾ, ਗੁਰੂ ਹਾਜ਼ਰ ਨਾਜ਼ਰ ਹੋ ਕੇ ਸਮਝਾ ਰਹੇ ਆ। ਪਰ ਅਸੀਂ ਹਉਮੈ ਦਾ ਕਾਰਨ, ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ, ਉਸ ਹਉਮੈ ਦੇ ਕਾਰਨ ਅਸੀਂ ਗੁਰੂ ਵੱਲ ਨੂੰ ਨਹੀਂ ਆ ਰਹੇ। ਗੁਰੂ ਦੀ ਨਿੰਦਿਆ ਕਰ ਰਹੇ ਹਾਂ, ਗੁਰੂ ਤੋਂ ਪਾਸਾ ਵੱਟਿਆ ਹੋਇਆ। ਇੱਕ ਸਿੱਖ ਵਾਸਤੇ ਗੁਰ ਈਸ਼ਵਰ, ਗੁਰ ਗੋਰਖ ਬਰਮਾ, ਗੁਰ ਪਾਰਬਤੀ ਮਾਈ, ਸਾਰਾ ਕੁਝ ਗੁਰੂ ਹੀ ਹੈ। ਅਤੇ ਇੱਕ ਸਿੱਖ ਵਾਸਤੇ ਸੰਤ ਵੀ ਕੀ ਹੈ? ਗੁਰੂ। ਇੱਕ ਸਿੱਖ ਵਾਸਤੇ ਸਾਧੂ ਵੀ ਕੀ ਹੈ? ਗੁਰੂ। ਹੁਣ ਪੜ੍ਹੋ, ਸੰਤ ਕੀ ਨਿੰਦਾ ਅਤੇ ਸਾਧੂ ਕੀ ਨਿੰਦਾ। ਅਸੀਂ ਤਾਂ ਨਹੀਂ ਕਿਤੇ ਕਰ ਰਹੇ, ਅਸੀਂ ਤਾਂ ਨਹੀਂ ਗੁਰੂ ਤੋਂ ਪਾਸਾ ਵੱਟਿਆ ਹੋਇਆ। ਅਤੇ ਮੁੜੀਏ ਭਾਈ, ਗੁਰੂ ਵੱਲ ਨੂੰ ਆਈਏ ਭਾਈ, ਨਹੀਂ ਸਾਡਾ ਆਤਮਿਕ ਜੀਵਨ ਨਸ਼ਟ ਹੋ ਰਿਹਾ। ਇਹ ਤੇਰੀ ਮਿਹਰ ਆ,
तेरी किरपा कि सतगुर सज्जन मिल पिया। नानक नाम मिले तां जीवा तन मन थीवै हरिया। हुण इत्थे आए आऊगा अगला कहंदा तैनूं की ओए, तूं क्यों रौला पाउना, तूं क्यों आए कहना। हरेक बंदा सवाल करदा तैनूं की। अज ये अर्थ निकलेगा भी हाँ मैनू की। मैं स्पष्ट करदा ये गल, हूँ कूकर तेरा दरबार नित नित भौंकै है बदन पसार। मैं गुरु घर दा कुत्ता, मैं गुरु घर दा कूकर हाँ। कुत्ते दा काम की हुंदा, रोटियां मालक पाउंदा ते उन्हें राखी करनी हुंदी है घर दी। भी इत्थों सन लग गई, इत्थों चोर वड़ गए, इत्थों आए हो गया, मालका जाग, मालका जाग। मैं गुरु दा कुत्ता, मैं गुरु दे बचन सुणाउना, मैं लोकां नूं कहना जागो जागो जागो, लुट्टे जा रहे हो लुट्टे जा रहे हो। आ कारण क्योंकि मैं तां भौंकदा, मैं गुरु दा कुत्ता। क्यों भौंकदा? अपने मालकां नूं, भैणां भरावां नूं, अपने सिख बच्चे बच्चियां नूं जगाउणा चाहुंदा, बचाउणा चाहुंदा, जिउंदियां च करने चाहुंदा। नानक नाम मिले तां जीवां। पंजवें पातशाह जी समझा रहे हैं, जे ये नाम मिल गया साडे बच्चों तक ये ज्ञान पहुँच गया तो जिउंदे हो जाणगे। नानक नाम मिले तां जीवां तन मन थीवै हरिया। जिन्हों ये ज्ञान मिल जाता है उहदा तन ते मन शांत हो जाता है, अंदरों हरिया हो जाता है, आनंदित अवस्था दे विचों पहुँच जाता है, अपना कारज आप कर लेंदा है। आही निशाना शुरू कित्थों होए सी, किव सचियारा होई है, किव कूड़ै टुटै पाल। हुक्म रजाई चलना नानक लिखिया नाल। लिब छुड़की लगी तृष्णा माया अमर बरताया। अंदरों विछोड़ा पिया सी, धन पिर का एक ही संग वासा, विच हौमै भीत करारी। जदों हौमे दे उल्ट नाम मिल गया, हौमै नावै नाल विरोध है, दोए ना बसे एक ठाए। पहला मैनू हौमे सी जदों मैं गुरु दे नाल नहीं जुड़िया सी, मैं टुटिया होया सी, मैं परेशान सी, मैं नरकां दे विच सी, मैं तिन्नां गुणां दे विच सी। जदों दा गुरु दे नाल जुड़िया, जदों दा मैं ढह पिया गुरु दे अगे आके, जदों दा गुरु दे अगे आके मत्था टेक दिता, जदों दी मैं गुरु दी मत लैनी शुरू कर दिती। अकल लई पहला मत लई, गुर की मत तूं ले ए आने, भगत बिना बहु डूबे सियाणे। जदों ये गल मैनू लगी, पंच कीती, तो मैं गुरु की मत लैनी शुरू कर दी। जदों गुरु की मत लैनी शुरू की, फिर मैनू पता लग्या भी अकल तो बिना तो कुछ भी नहीं हो सकता। अकली साहिब सेवी है, अकली पाई है मान, अकली पढ़ के बुझी है, तो अकली की चैदान। सब तो वड्डी गल तो अकल आ, सब तो वड्डी गल तो ज्ञान आ। फिर मैनू पता लग गया भी मेरे जेडे दोखी आ वो मैनू ज्ञानी नहीं होण देना चाहुंदे, मैनू अकल नहीं देना चाहुंदे। मैं सारियां नूं ला के परे सुट के गुरु दे लड़ लग गया, गुरु तो ज्ञान लैन लग गया। जदों ज्ञान लैन लग्या, बस मेरा बाहरली दुनिया जिहड़ी छुटदी गई, अंदरली दुनिया दे विच मैं प्रवेश करदा गया। चरण शरण गुर एक पैंडा जाए चल, सतगुर कोट पैंडा आगे होए लेत है। मैनू विश्वास सी भी जदों मैं गुरु दे रस्ते ते एक कदम भी चलिया, गुरु मैनू हज़ारां पैंडा लैके जावेगा। इस करके मैं दुनिया तो बेप्रवाह होके गुरु दे दस्से मुताबक चल पिया। जे गुरु मैनू लै गया, जदों लै गया जिहड़ा उत्थे पहुँच गया, नानक नाम मिलै तां जीवां। ਉਹ ਗੁਰਮੁਖ ਪਿਆਰੇ ਜਿਉਂਦਿਆਂ ਵਿੱਚ ਹੋ ਜਾਂਦੇ ਹਨ। ਗੁਰਬਾਣੀ ਮੁਤਾਬਕ ਤਨ ਮਨ ਥੀਵੈ ਹਰਿਆ, ਉਹਨਾਂ ਦਾ ਤਨ ਤੇ ਮਨ ਥੀਵੈ ਟਿਕ ਜਾਂਦਾ ਹੈ, ਹਰਿਆ ਹੋ ਜਾਂਦਾ ਹੈ। ਉਹ ਆਨੰਦਿਤ ਅਵਸਥਾ ਦੇ ਵਿੱਚ ਪਹੁੰਚ ਜਾਂਦੇ ਹਨ। ਹੁਣ ਸਾਰੇ ਕਾਸੇ ਦਾ ਨਿਚੋੜ ਅੱਜ 100 ਦਿਨ ਹੋ ਗਿਆ, 100ਵਾਂ ਐਪੀਸੋਡ ਆ ਗੁਰਮੁਖ ਪਿਆਰਿਓ ਅੱਜ ਆਪਣਾ ਲਗਾਤਾਰ। ਤੇ ਇਹਦੇ ਵਿੱਚ ਆਪਾਂ ਸਮਝਿਆ ਕਿ ਸਾਰਾ ਹੁਣ ਤੱਕ कि साडी आत्मा ते परमात्मा का विछोड़ा पिया होया, गुरु दे नाल जुड़ के वो विछोड़ा खत्म करके असी आनंदित जीवन बतीत कर सकते हाँ।
ਸਭ ਤੋਂ ਵੱਡਾ, ਸਭ ਤੋਂ ਜ਼ਰੂਰੀ ਹੈ ਗੁਰੂ ਦੇ ਨਾਲ ਜੁੜਨਾ, ਗੁਰੂ ਦਾ ਗਿਆਨ ਦੇ ਨਾਲ ਪਹਿਲਾਂ ਆਪ ਜੁੜਨਾ, ਆਪ ਗੁਰਬਾਣੀ ਨੂੰ ਪੜ੍ਹਨਾ, ਸੁਣਨਾ, ਸਮਝਣਾ, ਅਤੇ ਫਿਰ ਹੋਰਾਂ ਭੈਣਾਂ ਭਰਾਵਾਂ ਕੋਲ ਵੀ ਇਹ ਵੱਧ ਤੋਂ ਵੱਧ ਪ੍ਰਚਾਰ ਕਰਨਾ। ਗੁਰਮੁਖ ਪਿਆਰਿਓ, ਇੱਕ ਬੇਨਤੀ ਆ ਅਖੀਰ ਦੇ ਵਿੱਚ, ਦੇਖੋ ਪਾਰਟੀਆਂ ਘਰ ਘਰ ਵੜ ਗਈ ਅੱਜ ਤਾਂ ਸਿਆਸਤ ਆਪਣੇ। ਮੈਂ ਨਹੀਂ ਕਹਿੰਦਾ ਕਿਸੇ ਨੂੰ ਵੀ ਜਿਹੜੀ ਮਰਜ਼ੀ ਪਾਰਟੀ ਨੂੰ ਮੰਨੋ, ਜਿਹੜੇ ਮਰਜ਼ੀ ਬਾਬੇ ਪੀਰ ਨੂੰ ਮੰਨੋ, ਮੈਨੂੰ ਕੋਈ ਨਹੀਂ, ਮੇਰੇ ਸਾਰੇ ਹੀ ਪਿਆਰੇ ਆ, ਕਿਉਂਕਿ ਜੋ ਮੇਰੇ ਨਗਰ ਨਿਵਾਸੀ ਹੁੰਦੇ ਆ ਨਾ, ਜਿਨ੍ਹਾਂ ਨਾਲ ਪਿਆਰ ਹੁੰਦਾ, ਉਹ ਇਹ ਨਹੀਂ ਦੇਖਿਆ ਜਾਂਦਾ। ਪਰ ਇੱਕ ਬੇਨਤੀ ਇਹ ਵੀ ਜ਼ਰੂਰ ਆ, ਜਿੱਥੇ ਸਾਰੇ ਆਪਣਾ ਪ੍ਰਚਾਰ ਕਰਦੇ ਆ, ਜਿੱਥੇ ਅਕਾਲੀ ਦਲ ਵਾਲੇ ਆਪਣਾ ਪ੍ਰਚਾਰ ਕਰਦੇ ਆ, ਕਾਂਗਰਸ ਵਾਲੇ ਆਪਣਾ ਪ੍ਰਚਾਰ ਕਰਦੇ ਆ, ਆਮ ਪਾਰਟੀ ਵਾਲੇ ਆਪਣਾ ਪ੍ਰਚਾਰ ਕਰਦੇ ਆ, ਬਾਬੇ ਆਪਣਾ ਪ੍ਰਚਾਰ ਕਰਦੇ ਆ, ਪੀਰ ਆਪਣਾ ਪ੍ਰਚਾਰ ਕਰਦੇ ਆ, ਹੋਰ ਸਾਧੂ ਸੰਤ ਅਨੇਕਾਂ ਆਪਣਾ ਆਪਣਾ ਪ੍ਰਚਾਰ ਕਰਦੇ ਆ, ਅਤੇ ਸਾਨੂੰ ਫਿਰ ਗੁਰੂ ਦਾ ਪ੍ਰਚਾਰ ਕਰਨ ਦਾ ਤਾਂ ਹੱਕ ਹੋਣਾ ਚਾਹੀਦਾ ਨਾ, ਗੁਰਬਾਣੀ ਦੀ ਗੱਲ ਕਰਨ ਦਾ ਤਾਂ ਸਾਨੂੰ ਹੱਕ ਹੋਣਾ ਚਾਹੀਦਾ। ਸਿੱਖ ਹੋਣ ਦੇ ਨਾਤੇ ਮੇਰੀ ਸਭ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਆ, ਬਸ ਮੇਰਾ ਕਿਸੇ ਦੇ ਨਾਲ ਕੋਈ ਬੈਰ ਵਿਰੋਧ ਨਹੀਂ, ਨਾ ਮੈਨੂੰ ਕੋਈ ਚੰਗਾ ਨਾ ਮਾੜਾ, ਬਸ ਗੁਰਬਾਣੀ ਦੀ ਗੱਲ ਜਿਹਨੂੰ ਚੰਗੀ ਲੱਗਦੀ ਹੈ ਉਹ ਜੁੜ ਜੋ, ਜਿਹਨੂੰ ਨਹੀਂ ਚੰਗੀ ਲੱਗਦੀ ਉਹ ਭਾਈ ਆਪਣੀ ਮਰਜ਼ੀ ਕਰੋ। ਬਸ ਮੇਰਾ ਸਮਝਾਉਣ ਦਾ, ਕੁੱਤੇ ਵਾਂਗੂ ਭੌਂਕਣ ਦਾ, ਚੌਂਕੀਦਾਰ ਦਾ ਜਿਹਨੂੰ ਕਹਿ ਲਈਏ ਵੀ ਇੱਕ ਫਰਜ਼ ਜ਼ਰੂਰ ਆ। ਧਰਮ ਨੂੰ ਜੋ ਮੈਂ ਸਮਝਿਆ ਪਿਛਲੇ 15 ਸਾਲ ਤੋਂ, ਮੈਂ ਆਪਣਾ ਜਿਹੜਾ ਮੇਰਾ ਜੀਵਨ ਆ, ਮੈਂ ਵੀ ਖਾਧੀ ਪੀਤੀ ਆ, ਮੈਂ ਵੀ ਬਥੇਰਾ ਪੁੱਠੇ ਪਾਸੇ ਗਿਆ, ਪਰ 15 ਸਾਲ ਲਗਾਤਾਰ ਗੁਰੂ ਦੀ ਕਿਰਪਾ ਦੇ ਨਾਲ ਹੋ ਗਏ। ਇੱਧਰਲੇ ਪਾਸੇ ਨੂੰ ਖੋਜੀ ਬਿਰਤੀ ਦੇ ਨਾਲ ਗੁਰਬਾਣੀ ਨੂੰ ਪੜ੍ਹਨ, ਸੁਣਨ, ਸਮਝਣ ਦੀ ਕੋਸ਼ਿਸ਼ ਕਰੀ ਦੀ ਹੈ। ਹੁਣ ਐਂ ਲੱਗਦਾ ਵੀ ਜਿੰਨਾ ਸਮਾਂ ਗੁਰੂ ਤੋਂ ਟੁੱਟ ਕੇ ਲੰਘ ਗਿਆ ਉਹ ਅਜਾਈਂ ਗਿਆ। ਮੇਰੇ ਹੋਰ ਭੈਣਾਂ ਭਰਾਵਾਂ ਦਾ ਇਸ ਤਰ੍ਹਾਂ ਅਜਾਈਂ ਨਾ ਜਾਵੇ। ਬਚਪਨ ਦੇ ਵਿੱਚ ਹੀ ਗੁਰਬਾਣੀ ਦੇ ਨਾਲ ਜੁੜੀਏ, ਵਧੀਆ ਜੀਵਨ ਬਣਾਈਏ ਆਪਣਾ। ਸਾਰਾ ਕੁਝ ਇੱਕ ਵਾਰੀ ਜ਼ਿੰਦਗੀ ਮਿਲੀ ਹੈ ਗੁਰਮੁਖ ਪਿਆਰਿਓ, ਸਮਾਂ ਲੰਘਦਾ ਜਾ ਰਿਹਾ, ਇਹ ਲੰਘ ਨਾ ਜਾਵੇ। ਕਿਤੇ ਇਹ ਨਾ ਹੋਵੇ ਵੀ ਸੁੱਤਿਆਂ ਸੁੱਤਿਆਂ ਹੀ ਜੀਵਨ ਲੰਘ ਜੇ। ਜਾਗੋ, ਇੱਕ ਨੀਂਦ ਐਸੀ ਆ ਜਿਹੜੀਆਂ ਅੱਖਾਂ ਬੰਦ ਹੋਈਆਂ ਤੋਂ ਆਉਂਦੀ ਆ, ਇੱਕ ਨੀਂਦ ਮਾਇਆ ਦੀ ਐਸੀ ਆ ਜਿਹੜੀਆਂ ਅੱਖਾਂ ਖੁੱਲੀਆਂ ਤੋਂ ਆ ਜਾਂਦੀ ਹੈ। ਜਦੋਂ ਬੰਦ ਹੋਣ ਲੱਗਦੀਆਂ ਨਾ, ਉਦੋਂ ਬੰਦੇ ਦੀ ਅੱਖ ਅੰਦਰਲੀ ਖੁੱਲ੍ਹਦੀ ਹੈ, ਉਦੋਂ ਫਿਰ ਪਛਤਾਵੇ ਤੋਂ ਇਲਾਵਾ ਕੁਛ ਨਹੀਂ ਰਹਿ ਜਾਂਦਾ। ਇਸ ਕਰਕੇ ਗੁਰੂ ਦੇ ਲੜ ਲੱਗੀਏ, ਗੁਰਬਾਣੀ ਦੇ ਲੜ ਲੱਗੀਏ, ਬਸ ਗੁਰੂ ਦੀ ਗੱਲ ਮੰਨੀਏ। ਗੁਰਬਾਣੀ ਦੇ ਵਿੱਚ ਸਾਰਾ ਕੁਛ ਹੀ ਹੈ। ਦੇਖੋ, ਹਿੰਦੂ ਵੀਰਾਂ ਦੀ ਵੀ ਕਿਸੇ ਨਾਲ ਨਫ਼ਰਤ ਨਹੀਂ ਰਹਿ ਜੂਗੀ। ਇਹ ਗਲਤ ਆ ਵੀ ਗੁਰਬਾਣੀ ਐਂ ਕਰਦੀ ਆ, ਐਂ ਕਰਦੀ ਆ, ਇਹ ਵੀ ਆਪਾਂ ਕਲੀਅਰ, ਚਲੋ ਜ਼ਿਆਦਾ ਨਾ ਸਮਾਂ ਹੋ ਜੇ, ਇਹ ਵੀ ਇਹ ਆ ਵੀ ਚੰਗਾ ਇਨਸਾਨ ਬਣਨਾ। ਇੱਕ ਨੇ ਆਪਣੇ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ। ਹਿੰਦੂ ਵੀਰ ਆਪਣੇ ਧਰਮ ਦੀ ਪੌੜੀ ਤੋਂ ਦੀ ਚੜ੍ਹੇ, ਗੀਤਾ ਨੂੰ ਪੜ੍ਹੇ, ਸੁਣੇ, ਸਮਝੇ ਅਤੇ ਸੱਚ ਦੇ ਮਾਰਗ 'ਤੇ ਸੱਚਾ ਇਨਸਾਨ ਬਣੇ। ਉਹ ਰੀਪ੍ਰਜੈਂਟ ਕਰ ਸਕਦਾ ਆਪਣੇ ਹਿੰਦੂ ਧਰਮ ਨੂੰ। ਇੱਕ ਮੁਸਲਮਾਨ ਵੀਰ ਕੁਰਾਨ ਸ਼ਰੀਫ ਪੜ੍ਹੇ, ਆਪਣੇ ਆਪ ਨੂੰ ਸਵਾਰੇ, ਸੁਧਾਰੇ ਅਤੇ ਟੌਪ 'ਤੇ ਜਾਵੇ, ਇੱਕ ਚੰਗਾ ਮੁਸਲਮਾਨ ਬਣੇ, ਚੰਗਾ ਇਨਸਾਨ ਬਣੇ। ਭਾਵ ਸਭ ਦੇ ਵਿੱਚ ਪਹਿਲਾਂ ਕੀ ਆ, ਪਹਿਲਾਂ ਸਾਰਿਆਂ ਨੂੰ ਅੰਦਰ ਕੀ ਆ, ਰੂਹ ਕੀ ਆ, ਸਾਡੀ ਇਨਸਾਨੀਅਤ, ਚੰਗਾ ਬਣਨਾ। ਇਸੇ ਤਰ੍ਹਾਂ ਬੋਧੀ, ਜੈਨੀ, ਇਸੇ ਤਰ੍ਹਾਂ ਇੱਕ ਸਿੱਖ ਭਾਈ। ਜਿਹੜਾ ਸਿੱਖ ਗੁਰਬਾਣੀ ਦੇ ਗਿਆਨ ਦੇ ਵਿੱਚੋਂ ਨਿਕਲਿਆ ਹੋਊਗਾ, ਉਹ ਕਿਸੇ ਨਾਲ ਨਫ਼ਰਤ ਨਹੀਂ ਕਰੂਗਾ, ਕਿਸੇ ਨਾਲ ਨਹੀਂ। ਪਰ ਇੱਕ ਗੱਲ ਧਿਆਨ ਦੇ ਨਾਲ ਰੱਖਿਓ, ਰਸਤੇ ਜਾ ਰਹੇ ਆ, ਇਹ ਵੀ ਧਿਆਨ ਰੱਖਿਓ ਵੀ ਮੰਜ਼ਿਲ ਇੱਕ ਆ, ਮੰਜ਼ਿਲ ਆ ਸਮੁੰਦਰ ਸਾਰੇ ਧਰਮਾਂ ਦੀ। ਰਸਤੇ ਵੱਖਰੇ ਵੱਖਰੇ ਆ। ਜਿਵੇਂ ਹੁਣ ਮੰਨ ਲਓ ਇੱਥੇ ਸਮੁੰਦਰ ਆ, ਇੱਧਰੋਂ ਨਦੀ ਆ ਰਹੀ ਹੈ, ਇੱਧਰੋਂ ਆ ਰਹੀ ਹੈ, ਇੱਧਰੋਂ ਆ ਰਹੀ ਹੈ। ਸਮੁੰਦਰ 'ਚ ਪੈ ਕੇ ਇੱਕ ਹੋਣਾ ਜ਼ਰੂਰੀ ਹੈ, ਬਹੁਤ ਵਧੀਆ ਗੱਲ ਆ, ਪਰ ਰਾਹ ਦੇ ਵਿੱਚ ਨਹੀਂ ਇੱਕ ਹੋਣਾ ਚਾਹੀਦਾ। ਰਾਹ ਦੇ ਵਿੱਚ ਇੱਕ ਹੋ ਗਈਆਂ ਸਾਰੀਆਂ ਨਦੀਆਂ ਤਾਂ ਹੜ੍ਹ ਆ ਜੂ। ਆਪੋ ਆਪਣਾ ਰਸਤਾ ਜੋ ਦੱਸਿਆ ਹੋਇਆ, ਅਸੀਂ ਸਿੱਖ ਧਰਮ ਦੇ ਮੁਤਾਬਕ ਚੰਗੇ ਹੋ ਕੇ ਦਿਖਾਉਣਾ, ਹਿੰਦੂ ਵੀਰ ਨੇ ਹਿੰਦੂ ਧਰਮ ਦੇ ਮੁਤਾਬਕ, ਸਿੱਖ ਜਿਹੜਾ ਬੋਧੀ, ਜੈਨੀ, ਇਹ ਸਾਰੇ ਰਸਤੇ ਆ। ਗੁਰਬਾਣੀ ਦੇ ਵਿੱਚ ਸਮਝਾਇਆ ਕੀ ਹੈ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇੱਕ ਸਰੀਰਕ ਤਲ ਹੁੰਦਾ, ਮਨੁੱਖ ਆਪਣਾ ਹੀ ਸੋਚਦਾ। ਇੱਕ ਮਾਨਸਿਕ ਤਲ ਹੁੰਦਾ, ਮਨੁੱਖ ਜਿਹਦੇ ਨਾਲ ਵਿਚਾਰ ਮਿਲਦੇ ਆ ਉਹਦੇ ਬਾਰੇ ਸੋਚਦਾ। ਇੱਕ ਆਤਮਿਕ ਤਲ 'ਤੇ ਜਿਉਣ ਲੱਗ ਜਾਂਦੇ ਆ ਮਨੁੱਖ,
ਜਿਹੜੇ ਸਾਰੇ ਇੱਕ ਓਂਕਾਰ ਨੂੰ ਦੇਖਣ ਲੱਗ ਜਾਂਦੇ ਆ ਵੀ ਸਾਰੇ ਉਸੇ ਦੀ ਔਲਾਦ ਆ, ਕਰਮਾਂ ਦਾ ਕਰਕੇ ਸਾਰੇ ਪ੍ਰਮਾਤਮਾ ਨੂੰ ਮਿਲ ਸਕਦੇ ਆ। ਵਿਚਾਲੇ ਰੁਕਾਵਟ ਕੀ ਹੈ? ਕਰਮਕਾਂਡ। ਕਿਹਨੇ ਫੈਲਾਇਆ? ਪੁਜਾਰੀ ਨੇ। ਪੁਜਾਰੀ ਦਾ ਤੇ ਗੁਰਬਾਣੀ ਦਾ ਹਮੇਸ਼ਾ ਬੈਰ ਪਹਿਲਾਂ ਵੀ ਰਿਹਾ, ਹੁਣ ਵੀ ਹੈ, ਅੱਗੇ ਵੀ ਰਹੇਗਾ। ਪੁਜਾਰੀਵਾਦ ਨੂੰ ਇਹ ਗਿਆਨ ਚੰਗਾ ਨਹੀਂ ਲੱਗੇਗਾ। ਗੁਰਬਾਣੀ ਦਾ ਗਿਆਨ ਐਸਾ ਅਸੀਂ ਘਰੇ ਬੈਠੇ ਵੀ ਲੈ ਸਕਦੇ ਹਾਂ, ਖਾਂਦੇ ਪੀਂਦੇ ਰਹਿੰਦੇ ਖਬੰਦਿਆਂ ਪਹਿਨੰਦਿਆਂ, ਹਸੰਦਿਆਂ ਖਲੰਦਿਆਂ ਪਹਿਨੰਦਿਆਂ ਖਬੰਦਿਆਂ ਵਿੱਚ ਹੋਵੇ ਮੁਕਤ। ਇਸ ਗਿਆਨ ਦੇ ਨਾਲ ਜੁੜੀਏ ਭਾਈ, ਇਹੀ ਹੱਥ ਜੋੜ ਕੇ ਬੇਨਤੀ ਹੈ। ਬਹੁਤ ਵੱਡਾ ਗਿਆਨ ਆ ਸਾਡਾ, ਸਾਰਿਆਂ ਦਾ ਖਜ਼ਾਨਾ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਦਾਨਾ, ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਖੂਟ ਤੋਲ, ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ, ਤੋਟ ਨਹੀਂ ਆਉਂਦੀ। ਇਸ ਨਾਮ ਨਾਲ ਜੁੜੀਏ, ਇਸ ਆਤਮਿਕ ਗਿਆਨ ਨਾਲ ਜੁੜੀਏ, ਗੁਰਬਾਣੀ ਨਾਲ ਜੁੜੀਏ ਭਾਈ। ਬਾਰ ਬਾਰ ਮੇਰੀ ਇਹੀ ਬੇਨਤੀ ਹੈ। ਸੋ ਅੱਜ 100 ਦਿਨ ਪੂਰਾ ਹੋ ਗਿਆ। ਇਹਨਾਂ ਸਾਰੇ ਦਿਨਾਂ ਦੇ ਵਿੱਚ ਜੇ ਕੋਈ ਭੁੱਲ ਗਲਤੀ ਹੋ ਗਈ ਹੋਵੇ ਤਾਂ ਮੈਂ ਹੱਥ ਜੋੜ ਕੇ ਮਾफ़ੀ ਮੰਗਦਾ। ਬਸ ਮੇਰੀ ਇੱਛਾ ਮਨਸ਼ਾ ਸਾਰੇ ਇਹ ਪ੍ਰੋਗਰਾਮ ਜਿੰਨਾ ਵੀ 3 ਮਹੀਨੇ ਦਾ ਤਕਰੀਬਨ ਕਰਨ ਦਾ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਪ੍ਰਗਟ ਦਿਹਾੜੇ ਤੋਂ ਸ਼ੁਰੂ ਕੀਤਾ ਸੀ, ਤਕਰੀਬਨ ਆਪਾਂ ਅੱਜ 100 ਦਿਨ ਹੋ ਗਿਆ। ਸਾਰੇ ਦਾ ਮਕਸਦ, ਸਾਰੇ ਦਾ ਕਾਰਨ, ਸਾਰੇ ਦਾ ਟੀਚਾ ਨਿਸ਼ਾਨਾ ਕੀ ਹੈ ਕਿ ਸਾਡੇ ਅੰਦਰ ਗੁਰਬਾਣੀ ਪ੍ਰਤੀ ਪ੍ਰੇਮ ਪੈਦਾ ਹੋ ਜਾਵੇ, ਕਸ਼ਿਸ਼ ਪੈਦਾ ਹੋ ਜਾਵੇ। ਕਸ਼ਿਸ਼ ਤੋਂ ਬਾਅਦ ਕੋਸ਼ਿਸ਼, ਕੋਸ਼ਿਸ਼ ਤੋਂ ਬਾਅਦ ਮਿਲਾਪ। ਆਓ ਆਪਣੇ ਆਪਣੇ ਸਾਰੇ ਗੁਰੂ ਦੇ ਨਾਲ ਜੁੜੀਏ। ਆਓ ਸਾਰੇ ਸਿੱਖ, ਸਾਰੀ ਮਾਨਵਤਾ ਇਸ ਆਤਮਿਕ ਗਿਆਨ ਨਾਲ ਜੁੜੀਏ। ਸਾਰੇ ਪਰੇਸ਼ਾਨ ਕਿੱਥੋਂ ਆ? ਚਾਹੇ ਹਿੰਦੂ, ਬੋਧੀ, ਜੈਨੀ, ਇਹ ਸਰਬ ਸਾਂਝੀ ਗੁਰਬਾਣੀ ਕਿਉਂ ਕਹੀ ਜਾਂਦੀ ਹੈ? ਕਿਉਂਕਿ ਸਾਰੇ ਪਰੇਸ਼ਾਨ ਆ ਮਨਾਂ ਤੋਂ। ਚਾਹੇ ਹਿੰਦੂ ਵੀਰ ਆ, ਚਾਹੇ ਬੋਧੀ, ਜੈਨੀ, ਈਸਾਈ, ਤੇ ਮਨ ਨੂੰ ਸਮਝਾਉਣ ਵਾਸਤੇ ਇਹ ਗਿਆਨ ਆ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਆਓ ਗੁਰਬਾਣੀ ਲੜ ਲੱਗੀਏ। ਹੋਈਆਂ ਭੁੱਲਾਂ ਗਲਤੀਆਂ ਕਮੀਆਂ ਦੀ ਮਾफ़ੀ ਬਖਸ਼ਣਾ ਜੀ। ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।